शिवा बर मोहे है, शुभ कर मनते कबहू न टरो। ਉੱਥੇ ਲਵਾ ਕੇ ਤੇ ਰਾਤ ਨੂੰ ਤੇ ਮੇਰਾ ਬਹੁਤ ਬੁਰਾ ਹਾਲ ਹੋਇਆ। ਮੇਰੇ ਹੱਡ ਪੈਰ ਇੰਨੇ ਦੁਖੇ ਆ ਜਾਣੀ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਕਦੀ ਪਹਿਲਾਂ ਕੋਈ ਟੀਕੇ ਤੋਂ ਕਦੀ ਇਦਾਂ ਨਾ ਹੋਇਆ? ਕਦੇ ਨਹੀਂ ਵੀ ਕਦੇ ਤਾਂ ਪਹਿਲਾਂ ਟੀਕਾ ਪਤਾ ਬੁਖਾਰ ਦਾ ਵੀ ਨਹੀਂ ਸਿਲਵਾਇਆ ਮੈਂ ਤਾਂ। ਲਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹੈਗਾ ਅੰਮ੍ਰਿਤ ਬਰਿੰਗ ਤੇ ਹੈਗੇ ਕਵਨਜੀਤ ਸਿੰਘ ਜੀ ਤੇ ਅਸੀਂ ਲੋਕਾਂ ਦੇ ਵਿਚਾਰ ਲੈ ਰਹੇ ਹਾਂ ਕੋਵਿਡ ਦੇ ਬਾਰੇ 'ਚ, ਬਈ ਕੋਵਿਡ 'ਚ ਕਿੰਨੀ ਕੁ ਸੱਚਾਈ ਹੈਗੀ ਹੈ ਤੇ ਕਿੰਨਾ ਕੁ ਸਰਕਾਰਾਂ ਨੇ ਝੂਠ ਕੀਤਾ ਹੈਗਾ। ਬਿਲਕੁਲ ਉਹਨਾਂ ਦੇ ਵਿਚਾਰ ਲੈਣਾ ਚਾਹੁੰਦੇ ਹਾਂ, ਉਹ ਕੀ ਸੋਚਦੇ ਨੇ, ਕਿਉਂਕਿ ਕੋਵਿਡ ਦੇ ਦੌਰਾਨ ਬਸ ਸਰਕਾਰ ਹੀ ਦੱਸਦੀ ਰਹੀ ਆ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਵਿਚਾਰ ਲੈਣ ਦਾ ਸਮਾਂ ही नहीं सी किसी को। मेरा नाम रमा सिंह है और मुझे लगता है कि जो वैक्सीन लगाए गए हैं हमें जो जोर जबरदस्ती करके और बोल के कि तुम्हें रेस्टोरेंट में नहीं जाने दिया जाएगा, तुम ट्रैवल नहीं कर सकते, तो सबने मजबूरी बस लगा तो लिए, लेकिन अभी फील होता है कि ये हमारे साथ जस्टिस नहीं हुआ। सानू उस बारे कोई असीं 2 टीके तो जरूरी लवा चुके हैं तो तीजा असीं लवाया तक ना साडी बाडी सानू कहंदी लवाओ, महसूस नहीं हो गया कोई चक्कर नहीं पता लगता कोई खास गल नहीं। तो लॉन्ग टाइम चलती है थोड़ी बहुत तो खंघ हो गई जुकाम हो गया गिव अंदर उस तरह चलता। ਮੈਨੂੰ ਤਾਂ ਜਿੱਥੋਂ ਤੱਕ ਆਪਾਂ ਨੂੰ ਲੱਗ ਰਿਹਾ ਹੈਗਾ ਵੀ ਜਿਹੜੇ ਡਾਕਟਰਸ ਹੈਗੇ ਆ ਸਾਰੇ ਆਪਣੇ ਗਵਰਨਮੈਂਟ ਨੇ ਕਹਿੰਦਾ ਪ੍ਰੈਸ਼ਰ ਪਾਇਆ ਹੋਇਆ ਇਹਨਾਂ ਤੇ ਕਿ ਜੇ ਤੁਸੀਂ ਰਿਐਲਿਟੀ ਦੱਸੀ ਦੈਨ ਯੂਅਰ ਲਾਇਸੈਂਸ ਸ਼ੁੱਡ ਬੀ ਲਾਇਸੈਂਸ ਵਗੈਰਾ ਤੁਹਾਡੇ ਕੈਂਸਲਡ ਵਗੈਰਾ ਵੀ ਕਰ ਸਕਦੇ ਆ। ਸੋ ਇਹ ਪ੍ਰੈਸ਼ਰ ਅੰਡਰ ਪ੍ਰੈਸ਼ਰਸ ਹੈਗੇ ਆ ਸਾਰੇ ਡਾਕਟਰਸ। ਇਹ ਤੁਹਾਨੂੰ ਰਿਐਲਿਟੀ ਦੱਸ ਹੀ ਨਹੀਂ ਰਹੇ ਕਿ ਵੈਕਸੀਨ ਦੇ ਨਾਲ ਆਪਾਂ ਨੂੰ ਸਾਈਡ ਇਫੈਕਟ ਕੀ ਹੋ ਰਹੇ ਤੇ ਕੀ ਆ ਸਕਦੇ ਆ। ਮੈਂ ਇੱਥੇ ਦੀ ਗੱਲ ਕਰਦਾ ਜੀ, ਕੈਨੇਡਾ 'ਚ ਇੱਥੇ ਦੇ ਜਿਹੜੇ ਪੰਜਾਬੀ ਹੈਗੇ ਆ ਸਰੀ ਐਬਰਟਸਫੋਰਡ ਦੇ ਪੰਜਾਬੀ ਡਰਦੇ ਆ ਸਾਨੂੰ ਕੱਢ ਦੇਣਗੇ 20 ਗੱਲਾਂ ਹੁੰਦੀਆਂ ਇੱਥੇ। ਨਾਮ ਹਰਜੀਤ ਭੁੱਲਰ ਆ। ਮੈਂ ਇਹ ਆਪਣਾ ਅੱਜ ਜਿਹੜਾ ਟੌਪਿਕ ਚੱਲ ਰਿਹਾ ਹੈਗਾ ਕਿ ਆਪਾਂ ਜਿਹੜੇ ਵੈਕਸੀਨਸ ਲੈ ਰਹੇ ਹੈਗੇ ਆ, ਜਿਹੜੇ ਆਪਾਂ ਨੂੰ ਫੋਰਸ ਕਰ ਰਹੇ ਆ ਵੈਕਸੀਨ ਲੈਣ ਦੇ ਲਈ। ਸੋ ਮੈਂ ਆਲ ਟੂਗੈਦਰ ਆਪ 2 ਵੈਕਸੀਨ ਲਏ ਹੋਏ ਆ। ਇਹ ਵੈਕਸੀਨ ਲੈਣ ਤੋਂ ਬਾਅਦ ਮੇਰੀ ਇਮਿਊਨਿਟੀ ਕਾਫੀ ਵੀਕ ਹੋ ਗਈ ਹੈ, ਮੇਰਾ ਸਿਸਟਮ ਕਾਫੀ ਬੋਡੀ ਪਹਿਲਾਂ ਵਾਲਾ ਨਹੀਂ ਰਿਸਪੌਂਸ ਦੇ ਰਹੀ ਜੋ ਪਹਿਲਾਂ ਬਿਫੋਰ ਵੈਕਸੀਨ ਤੋਂ ਦੇ ਰਹੀ ਸੀਗੀ। ਜੋ ਤੁਹਾਡਾ ਦਿਲ 'ਚ ਹੈਗੀ, ਕੀ ਤੁਹਾਡਾ ਨਾਮ ਹੈਗਾ ਜੀ? ਮੇਰਾ ਨਾਮ ਹੈਗਾ ਜੀ ਸੁਖਵੀਰ ਸਿੰਘ। ਮੈਂ ਇੰਡੀਆ ਪਟਿਆਲੇ ਸ਼ਹਿਰ ਤੋਂ ਆ ਜੀ ਤੇ ਮੈਂ ਇੱਥੇ ਟਰੱਕ ਡਰਾਈਵਿੰਗ ਕਰਦਾ ਜੀ, ਸਟੂਡੈਂਟ ਆਇਆ ਸੀ ਤੇ ਜਦੋਂ ਕੋਵਿਡ ਹੋਇਆ ਮੈਂ ਇੰਡੀਆ ਹੀ ਸੀਗਾ ਜੀ। ਠੀਕ। ਤੇ ਇਹ ਇੱਦਾਂ ਲੱਗਦਾ ਜੀ ਜਿੱਦਾਂ ਵੀ ਸਾਰੀਆਂ ਜਿਵੇਂ ਸਰਕਾਰਾਂ ਨੇ ਮਿਲ ਕੇ ਕੋਈ ਸਕੀਮ ਘੜੀ ਆ ਜਾਂ ਪੋਪੂਲੇਸ਼ਨ ਕੰਟਰੋਲ ਕਰਨ ਦੀ। ਬਿਲਕੁਲ ਤੁਸੀਂ ਜਾਣਦੇ ਹੋ। ਹਾਂਜੀ ਵੀ ਇਹ ਸਿਸਟਮ ਲੱਗਦਾ ਜਿੱਦਾਂ ਸਾਲ 'ਚ ਜਿਹੜੇ ਐਬਰਟਫੋਰਡ ਸਰੀ ਦੇ ਪੰਜਾਬੀ ਹੈਗੇ ਇੱਥੇ, ਉਹ ਮਤਲਬ ਸਰਕਾਰ ਦੇ ਖਿਲਾਫ ਆਵਾਜ਼ ਕਿਉਂ ਨਹੀਂ ਚੱਕਦੇ? ਜਿੱਦਾਂ ਗੋਰਿਆਂ ਨੇ ਇੰਨੇ ਪ੍ਰੋਟੈਸਟ ਕੀਤੇ ਆਪਣੇ ਉਹਨਾਂ ਦੇ ਹੱਕਾਂ ਲਈ ਤੇ ਆਪਣੇ ਕਮਿਊਨਿਟੀ ਬਾਰੇ ਤਾਂ ਛੋਟੀ ਵੀ ਤੁਸੀਂ ਸਭ ਜਾਣਦੇ ਹੋ। ਆਪਾਂ ਹੁਣ ਅੱਗੇ ਵਾਲੇ ਨਹੀਂ ਰਹੇ ਹੈਗੇ, ਆਪਾਂ ਥੋੜੇ ਜਿਹਾ ਸੈਲਫਿਸ਼ लाइक वो स्ट्रेंथ नहीं है, जो वो पावर नहीं है बॉडी में जो पहले था। और मेमोरी के बारे में भी एक चीज़ हो रही है, बहुत मेमोरी वीक हो रही है, थोड़ी लॉस्ट मैं फील कर रही हूँ कि मैंने नोटिस किया है कि मेमोरी कम होती है या दिमाग कम होता है। या मेमोरी पे मैं बहुत ज़्यादा फोकस कर रही हूँ, जो मुझे लग रहा है कि वो होने लगी है। अच्छा। तो और मैं बहुत स्टडी कर रही हूँ कि और क्या हुआ है, तो और तो कुछ हुआ नहीं है, नॉर्मल लाइफ थी, सब कुछ था, तो वैक्सीन ही लगे और तो कुछ हुआ नहीं। तो मुझे लगा है कि ये हमारे साथ एकदम गलत हुआ। सरकार ने मतलब हमें धोखा दिया है, उन्होंने कहा है कि कोई साइड इफेक्ट नहीं, हाँ, हमारे पर विश्वास करो सब ठीक हो जाएगा। जी, मुझे लगता है कि सरकार को या तो सब कुछ पता था जो हमें नहीं बताया गया, या फिर उन्हें भी नहीं पता कि ये सब हमको जो दिया वो क्या था और फिर उसके बाद हमारे साथ क्या हुआ। मेरे ख्याल से सरकार को सब कुछ पता है, जो फार्मा कंपनीज को भी सब कुछ पता है। ਇੰਨੀਆਂ ਕੁ ਪਹਿਲਾਂ ਜਿਹੜੀਆਂ ਡੈਥ ਜ਼ਿਆਦਾ ਹੋਈਆਂ ਹੈਗੀਆਂ ਬਿਗਿਨਿੰਗ ਦੇ ਵਿੱਚ, ਕਿਉਂਕਿ ਉਹਨਾਂ ਨੂੰ ਪ੍ਰੋਪਰ ਟ੍ਰੀਟਮੈਂਟ ਨਹੀਂ ਮਿਲੀ ਹੈਗੀ। ਕਿ ਉਹਨਾਂ ਤੋਂ ਜਿਹੜੀ ਟ੍ਰੀਟਮੈਂਟ ਦੇਣ ਵਾਲੇ ਉਹ ਵੀ ਡਰਦੇ ਰਹੇ ਆ ਵੀ ਸਾਨੂੰ ਨਾ ਕੁਛ ਹੋ ਜਾਵੇ ਜਾਂ ਕੁਛ ਵੀ, ਕਿਉਂਕਿ ਉਦੋਂ ਪ੍ਰੋਪਰ ਉਹਨੇ ਜਿਹੜਾ ਉਹਦਾ ਨਮੂਨੀਆ ਜਿਹੜਾ ਐਰਾ ਵਗੈਰਾ ਹੁੰਦਾ ਸੀ ਉਹਦਾ ਇਲਾਜ ਨਹੀਂ ਪ੍ਰੋਪਰ ਕੀਤਾ ਉਸ ਵੇਲੇ। ਹਾਂਜੀ, ਹੁਣ ਇਲਾਜ ਤਾਂ ਕਹਿੰਦੇ ਆ ਮਲੇਰੀਆ ਦੀ ਇੰਡੀਆ ਦਵਾਈ ਹੁੰਦੀ ਆ, ਕੁਨੀਨ ਦੀਆਂ ਗੋਲੀਆਂ ਤੇ ਆਈਵਰਮੈਕਟਿਨ, ਉਹ ਤਾਂ ਸਾਰਾ ਇੰਡੀਆ ਹੀ ਲੈ ਰਿਹਾ ਹੈਗਾ, ਅੱਧਾ ਇੰਡੀਆ ਲੈ ਰਿਹਾ, ਪਰ ਇੱਥੇ ਲੈਣ ਨਹੀਂ ਦਿੰਦੇ। ਮੰਨ ਲਓ ਕਿ ਹਸਪੀਟਲ ਤੁਸੀਂ ਮਰ ਜਾਓ ਪਰ ਦਵਾਈ ਨਹੀਂ ਤੁਹਾਨੂੰ ਦੇ ਸਕਦੇ ਕਿਉਂਕਿ ਸਰਕਾਰ ਕਹਿੰਦੀ ਹੈ।
ਤੇ ਵੈਕਸੀਨ ਆਪਣੀ ਖੁਸ਼ੀ ਨਾਲ ਨਹੀਂ ਲਈ, ਆਪਾਂ ਨੂੰ ਫੋਰਸ ਕੀਤਾ ਗਿਆ ਇਹਨਾਂ ਨੇ ਕਿ ਤੁਸੀਂ ਵੈਕਸੀਨ ਲਓ, ਕਿ ਤੁਸੀਂ ਇੱਥੇ ਨਹੀਂ ਜਾ ਸਕਦੇ, ਉੱਥੇ ਨਹੀਂ ਜਾ ਸਕਦੇਗੇ। ਇਹਨਾਂ ਨੇ ਆਪਣੀ ਬਾਡੀ ਨੂੰ ਐਕਚੁਅਲੀ ਧੱਕਾ ਕੀਤਾ ਸਾਡੀ ਹਿਊਮਨ ਰਾਈਟਸ ਦੇ ਨਾਲ, ਕਿ ਦੇ ਵੈਂਟ ਅਗੇਂਸਟ ਦ ਹਿਊਮਨ ਰਾਈਟਸ, ਕਿ ਤੁਸੀਂ ਇਹ ਜਾ ਕੇ ਲੈਣੇ ਹੀ ਪੈਣੇ ਆ ਤੁਹਾਨੂੰ। ਮਤਲਬ ਸਾਨੂੰ ਜਾਨਵਰਾਂ ਦੀ ਤਰ੍ਹਾਂ ਟਰੀਟ ਕੀਤਾ ਗਿਆ ਇੱਥੇ ਐਕਚੁਅਲੀ, ਬੰਦਿਆਂ ਦੀ ਨਾ ਕਿ ਬੰਦਿਆਂ ਦੀ ਤਰ੍ਹਾਂ। ਸੋ ਇਹਨਾਂ ਨੂੰ ਇਹ ਚਾਹੀਦਾ ਸੀਗਾ ਕਿ ਜੇ ਕੋਵਿਡ ਆ ਹੀ ਗਿਆ ਕਿ ਤੁਸੀਂ ਵੈਕਸੀਨਸ ਲੈਣੇ ਆ ਜਾਂ ਨਹੀਂ ਲੈਣੇ, ਦੇ ਸ਼ੁੱਡ ਬੀ ਆਪਸ਼ਨਲ। ਪਰ ਇਹਨਾਂ ਨੇ ਹਰ ਪਰਸਨ ਨੂੰ ਮਜਬੂਰ ਕਰ ਦਿੱਤਾ ਕਿ 0 ਤੋਂ ਲੈ ਕੇ 100 ਸਾਲ ਦੀ ਏਜ ਤੱਕ, ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਇਹਨਾਂ ਨੇ ਫੋਰਸ ਕਰ ਦਿੱਤਾ ਹਰ ਇੱਕ ਨੂੰ ਕਿ ਤੁਹਾਨੂੰ ਇਹ ਵੈਕਸੀਨਸ ਲੈਣੇ ਹੀ ਪੈਣੇ ਆ। ਚਰਨ ਸਿੰਘ ਸੰਧੂ ਜੀ, ਤੁਸੀਂ ਇਹ ਦੱਸੋ ਜਿਹੜਾ ਕੋਵਿਡ ਦਾ ਸਰਕਾਰ ਨੇ ਨਿਊਜ਼ ਚੈਨਲਾਂ ਤੇ ਸਿੱਟਿਆ ਹੈਗਾ ਕੋਵਿਡ ਨਾਲ ਇਹ ਹੋ ਜਾਣਾ, ਟੀਕੇ ਲਵਾਓ, ਵੈਕਸੀਨ ਲਾਓ, ਮਾਸਕ ਪਾਓ, ਲੋਕਾਂ ਨੂੰ ਦੂਰ ਰਹੋ, ਇਹਦੇ 'ਚ ਕਿੰਨੀ ਸੱਚਾਈ ਹੈਗੀ ਹੈ ਤੇ ਕਿੰਨਾ ਕਿ ਉਹਦੇ ਬਣਾਇਆ ਹੋਇਆ? ਹਾਂ ਚਲੋ ਅਸੀਂ ਬਣਾਇਆ ਤਾਂ ਨਹੀਂ ਕਹਿ ਸਕਦੇ, ਉਹ ਤਾਂ ਤੁਹਾਡੇ ਡਾਕਟਰ ਦੀ ਪ੍ਰੋਜ ਆ। ਤੇ ਬਾਕੀ ਕੋਵਿਡ ਸਾਨੂੰ ਵੀ ਇੱਕ ਵਾਰੀ ਕਹਿ ਚੁੱਕੇ ਵੀ ਤੁਹਾਨੂੰ ਕੋਵਿਡ ਆ, ਤੁਸੀਂ ਵੀ ਘਰੇ ਆਪਦਾ ਪ੍ਰਬੰਧ ਤੇ ਪਾਸੇ ਤੋਂ ਠੀਕ ਰਹੋ। ਹਾਂਜੀ। ਪਰ ਸਾਨੂੰ 1% ਵੀ ਆਪਦੀ ਬਾਡੀ ਨੂੰ ਮਿਲੂਗੀ। ਅੱਛਾ। ਅਸੀਂ ਢਿੱਲੇ ਆ, ਕੰਮ ਕਰਨ ਜ਼ੁਕਾਮ ਕੁਛ ਨਹੀਂ ਹੋਇਆ। ਹਾਂਜੀ। ਵੀ ਰੋਟੀ ਪਾਣੀ ਸਾਡਾ ਘੱਟ ਆ, ਕੋਈ ਫਰਕ ਨਹੀਂ ਪੈਂਦਾ। ਠੀਕ ਹੈ। ਤੇ ਉਸ ਤੋਂ ਬਾਅਦ ਅਸੀਂ ਤਾਂ ਵੈਸੇ ਮਾਸਕ ਤਾਂ ਜਿਵੇਂ ਸਰਕਾਰ ਕਹਿੰਦੇ ਜ਼ਰੂਰੀ ਆ, ਉਹ ਤਾਂ ਲੱਗਣਾ ਪੈਣਾ, ਕਿਤੇ ਕੱਟ ਖਾਈ ਜਾਂਦੇ ਆ। ਹਾਂਜੀ। ਪਰ ਜਿੱਥੇ ਕਿਤੇ ਸਾਡਾ ਸਰਦਾ ਅਸੀਂ ਚੱਲਦਾ। ਹਾਂਜੀ। ਸਾਨੂੰ ਉਹ ਵਾਲੇ ਕੋਈ ਅਸੀਂ 2 ਟੀਕੇ ਤਾਂ ਜ਼ਰੂਰੀ ਲਵਾ ਚੁੱਕੇ ਆ ਤੇ ਤੀਜਾ ਅਸੀਂ ਲਵਾਇਆ ਹਾਲੇ ਤੱਕ। ਹਾਂਜੀ। ਨਾ ਸਾਡੀ ਬਾਡੀ ਸਾਨੂੰ ਕਹਿੰਦੀ ਲਵਾਓ, ਮਹਿਸੂਸ ਨਹੀਂ ਹੋ ਰਿਹਾ, ਕੋਈ ਚੱਕਰ ਨਹੀਂ, ਪਤਾ ਲੱਗਦਾ ਵਿੱਚ ਕੋਈ ਖਾਸ ਗੱਲ ਨਹੀਂ। ਤਾਂ लॉन्ग टर्म चलती है थोड़ी बहुत, इतनी खंघ हो गई, जुकाम हो गया, जीभ अंदर है, उस तरह चलता है। ये बताइए कि आपने अपने डॉक्टर से बात की इसके बारे में, फैमिली डॉक्टर से? मैंने डॉक्टर को बताया कि मैं आजकल मेमोरी लूज़ कर रही हूँ, लेकिन रियली मैंने ये तो नहीं बताया उसे कि मुझे लगता है कि वैक्सीन से हुआ है। मैं नहीं कह पाई ये वाली बात, लेकिन हाँ ये बात तो मैंने बोली। ये तो उनका काम है पता करना। हाँ ये उनका काम है पता करना, लेकिन उन्होंने मुझे कुछ नहीं बोला ये बात। हमने जितने भी लोगों से बात किया उनका यही कहना है कि डॉक्टर मानते ही नहीं है, कोई भी डॉक्टर ये मानेगा नहीं भाई कोविड से कुछ भी नुकसान होता है। सही बात है, नहीं मानेंगे क्योंकि उनके कहने पे तो हमने लगाए हैं, फिर तो हम उन्हें गलत ठहराने लगेंगे। इसका मतलब ये साजिश है डॉक्टरों की, बिल्कुल सरकार की। बिल्कुल जी। ਕੀ ਤੁਹਾਡਾ ਨਾਮ ਹੈਗਾ ਜੀ? ਮੇਰਾ ਨਾਮ ਹੈਗਾ ਜੀ ਸੁਖਵੀਰ ਸਿੰਘ, ਮੈਂ ਇੰਡੀਆ ਪਟਿਆਲੇ ਸ਼ਹਿਰ ਤੋਂ ਆ ਜੀ, ਤੇ ਮੈਂ ਇੱਥੇ ਟਰੱਕ ਡਰਾਈਵਿੰਗ ਕਰਦਾ ਜੀ, ਸਟੂਡੈਂਟ ਆਇਆ ਸੀ। ਤੇ ਜਦੋਂ ਕੋਵਿਡ ਹੋਇਆ ਮੈਂ ਇੰਡੀਆ ਹੀ ਸੀਗਾ ਜੀ। ਠੀਕ। ਤੇ ਇਹ ਇਦਾਂ ਲੱਗਦਾ ਜੀ ਜਿੱਦਾਂ ਵੀ ਸਾਰੀਆਂ ਜਿਵੇਂ ਸਰਕਾਰਾਂ ਨੇ ਮਿਲ ਕੇ ਕੋਈ ਸਕੀਮ ਘੜੀ ਆ ਜਾਂ ਪੋਪੂਲੇਸ਼ਨ ਕੰਟਰੋਲ ਕਰਨ ਦੀ। ਬਿਲਕੁਲ ਬਿਲਕੁਲ, ਜਦੋਂ ਜਾਣਦੇ ਹੋ। ਹਾਂਜੀ ਹਾਂਜੀ, ਵੀ ਇਹ ਸਿਸਟਮ ਲੱਗਦਾ ਜਿੱਦਾਂ ਆਪਾਂ ਕਹਿੰਦੇ ਆ ਵੀ ਉੱਤੇ ਪਾਵਰਾਂ ਨੇ, ਲੂਮੀਨਾਟੀ ਨੇ। ਹਾਂਜੀ ਹਾਂਜੀ ਬਿਲਕੁਲ, ਇਹ ਸਾਰਾ ਉਹਨਾਂ ਦਾ ਕੀਤਾ ਹੋਇਆ ਜੀ। ਅਸੀਂ ਉਹੀ ਲੋਕਾਂ ਨੂੰ ਹੁਣ ਇਹੀ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਲੋਕ ਮਤਲਬ ਤੇ ਵੈਕਸੀਨੇਸ਼ਨ ਵਾਲਾ ਵੀ ਧੱਕਾ ਜੀ, ਕਿਤੇ ਆਪਾਂ ਜਾਂਦੇ ਆ ਵੈਕਸੀਨੇਸ਼ਨ ਚਾਹੀਦੀ ਹੈ ਹਰ ਥਾਂ ਤੇ। ਹਾਂਜੀ, ਇਹ ਵੀ ਧੱਕਾ ਹੀ ਹੈ। ਤੁਹਾਨੂੰ ਲੱਗਦਾ ਇੱਥੇ ਤੱਕ ਕਿ ਗੁਰਦੁਆਰਿਆਂ ਦਾ ਲੰਗਰ ਵੀ ਬੰਦ ਕਰ ਦੇਣਾ ਸਰਕਾਰ ਕੋਲ ਇੰਨੇ ਹੱਕ ਚਾਹੀਦੇ ਨੇ? ਨਹੀਂ, ਇੰਨਾ ਹੋਣਾ ਨਹੀਂ ਚਾਹੀਦਾ, ਪਰ ਕੁਝ ਵੀ ਕਰ ਸਕਦੇ ਨੇ, ਪਾਵਰ ਹੈ ਇਹਨਾਂ ਕੋਲੇ। ਕਿ ਗੁਰਦੁਆਰਿਆਂ ਨੂੰ ਇਹ ਡਰ ਹੁੰਦਾ ਸਾਡਾ ਜਿਹੜਾ ਚੈਰਿਟੀ ਨੰਬਰ ਆ ਉਹ ਨਾ ਚੱਲ ਜੇ। ਹਾਂਜੀ, ਉਹਦੇ ਨਾਲ ਉਹ ਵੀ ਝਿੱਜ ਕੇ ਆਉਂਦੇ ਨੇ। ਬਿਲਕੁਲ ਜੀ। ਤੇ ਜਿਹੜੇ ਡਾਕਟਰ ਇਹਦੇ ਖਿਲਾਫ ਬੋਲਦੇ ਸੀ ਉਹਨਾਂ ਦੇ ਲਾਇਸੈਂਸ ਜ਼ਬਤ ਕਰ ਦਿੱਤੇ, ਜਿਹੜਾ ਮੀਡੀਆ ਇਹਦੇ ਖਿਲਾਫ ਸੀ ਉਹਨਾਂ ਦੇ ਲਾਇਸੈਂਸ ਕੈਂਸਲ ਕਰ ਦਿੱਤੇ। ਹਾਂਜੀ ਬਿਲਕੁਲ, ਲੋਕਾਂ ਦੀਆਂ ਨੌਕਰੀਆਂ ਚੱਲ ਗਈਆਂ ਉਹਨਾਂ ਨੇ, ਕਿਉਂਕਿ ਆਪਦੀ ਮਰਜ਼ੀ ਨਾਲ ਨਹੀਂ ਟੀਕੇ ਲਵਾਏ ਤੇ ਉਹ ਧੱਕੇ ਥੱਲੇ ਨਹੀਂ ਆਏ। ਕਿਉਂਕਿ ਜਿੰਨੇ ਲੋਕਾਂ ਨੂੰ ਪੁੱਛਿਆ ਪਹਿਲਾਂ, ਮਤਲਬ ਰਿਕਾਰਡਡ ਨਹੀਂ ਸੀਗਾ ਟੀਵੀ ਤੇ, ਮਤਲਬ ਵੀਡੀਓ ਤੇ ਨਹੀਂ ਰਿਕਾਰਡ ਹੋਇਆ, ਬਟ ਬਾਲਿਆਂ ਨੇ ਇਹ ਟਰੈਵਲ ਕਰਕੇ ਮਤਲਬ ਜਹਾਜ਼ ਨਹੀਂ ਚੜ੍ਹ ਸਕਦੇ ਜਾਂ ਸਾਡੇ ਕੰਮ ਤੇ ਸਾਨੂੰ ਮੰਗਦੇ ਨੇ, ਫੋਰਸ ਕਰਦੇ ਨੇ ਕਿ ਸਾਡੀ ਨੌਕਰੀ ਨਾ ਚੱਲ ਜੇ, ਤਾਂ ਕਰਕੇ ਟੀਕੇ ਲਵਾਈ ਨੇ। ਕੋਈ ਪ੍ਰੋਬਲਮ ਨਹੀਂ, ਸੋ ਫਾਰ ਸੋ ਗੁੱਡ। ਹਾਂਜੀ, ਮਤਲਬ ਤੁਹਾਨੂੰ ਹੋਇਆ ਨਹੀਂ ਕੋਵਿਡ? ਹੋਇਆ ਵੀ ਹੋਊ, ਪਤਾ ਨਹੀਂ, ਮਤਲਬ ਜਿੱਦਾਂ ਸਾਨੂੰ ਡਰ ਨਹੀਂ ਸੀ। ਹਾਂਜੀ ਹਾਂਜੀ, ਡਰ ਨਹੀਂ ਸੀ। ਇਹ ਪੋਜ਼ਿਟਿਵ ਪਾਰਟ ਹੈਗਾ ਕਿ ਆਪਣੇ ਸਿਆਣੇ ਅੰਕਲ ਆਂਟੀ ਜੀ ਉਹਨਾਂ ਨੇ ਨਹੀਂ ਲਾਏ ਹੋਏ। ਅਸੀਂ ਵੀ ਸਾਰੇ ਇਹੀ ਕਮੈਂਟ ਕਰ ਰਹੇ ਹਾਂ, ਸਾਰਿਆਂ ਨੂੰ ਇਹੀ ਦੱਸ ਰਹੇ ਹਾਂ ਕਿ ਆਪਣੇ ਇੱਥੇ ਰਾਈਟਸ ਹੋਣੇ ਚਾਹੀਦੇ ਆ, ਕਿ ਆਪਸ਼ਨਲਸ ਹੋਣੇ ਚਾਹੀਦੇ ਆ ਕਿ ਤੁਸੀਂ ਲਵਾਉਣੇ ਆ ਜਾਂ ਨਹੀਂ ਲਵਾਉਣੇ। ਗਵਰਨਮੈਂਟ ਸਾਨੂੰ ਪੁਸ਼ ਨਹੀਂ ਕਰ ਸਕਦੀ। ਪੁੱਛ ਤੱਕ ਕਿਸੇ ਨੂੰ ਨਹੀਂ ਕਰਨਾ ਚਾਹੀਦਾ, ਤੁਹਾਨੂੰ ਫਰੀडम ਹੈਗੀ ਹੈ, ਰਾਈਟ। ਬਿਲਕੁਲ ਜੀ, ਤੁਹਾਨੂੰ ਕੋਈ ਆ ਕੇ ਕੋਈ ਥੱਪੜ ਮਾਰ ਕੇ ਨਹੀਂ ਜਾ ਸਕਦਾ। ਤੁਹਾਡੇ ਸਰੀਰ ਤੇ ਦਵਾਈ ਕਿੱਦਾਂ ਪਾ ਸਕਦਾ ਜ਼ਬਰਦਸਤੀ? ਉਹਨਾਂ ਨੂੰ ਦੱਸ ਦੇਣਾ ਚਾਹੀਦਾ ਕਿ ਲਵਾਓ ਜਾਂ ਨਾ ਲਵਾਓ, ਇਹਦਾ ਕੀ ਫਾਇਦਾ ਨੁਕਸਾਨ ਆ। ਹਾਂਜੀ, ਪਰ ਤੁਹਾਡੀ ਬੋਡੀ ਆ, ਤੁਹਾਨੂੰ ਚਾਹੀਦਾ, ਜੇ ਨਹੀਂ ਚਾਹੀਦਾ ਹੈਗਾ ਇਹ ਤਾਂ ਤੁਹਾਡੀ ਆਪਣੀ ਮਰਜ਼ੀ ਆ।
ਸੋ ਇਹ 2-3 ਸਾਲ ਦਾ ਗੈਪ ਪੈ ਗਿਆ, ਬਟ ਇਹਨਾਂ ਦੇ ਵੈਕਸੀਨਸ ਹਜੇ ਕੋਵਿਡ ਜਿਹੜਾ ਹੈਗਾ ਹਜੇ ਤੱਕ ਇਹਨਾਂ ਦਾ ਗਿਆ ਹੀ ਨਹੀਂ। ਸੋ ਇੱਥੋਂ ਪਤਾ ਲੱਗ ਰਿਹਾ ਹੈਗਾ ਕਿ ਗੱਲ ਕੀ ਹੈਗੀ ਇਹਦੇ ਪਿੱਛੇ। ਜੇ 2-3 ਸਾਲ ਤੋਂ ਬਾਅਦ ਵੀ ਕੋਵਿਡ ਨਹੀਂ ਗਿਆ ਤੇ ਕੋਵਿਡ ਜਾਣਾ ਕਦੋਂ ਹੈਗਾ? ਪਹਿਲਾਂ ਕਹਿ ਰਹੇ ਸੀ ਕਿ ਤੁਸੀਂ 2 ਵੈਕਸੀਨਸ ਲਓ, ਉਹ ਤੋਂ ਬਾਅਦ ਡਨ ਆ ਜਾਓਗੇ। ਫਿਰ ਇਹਨਾਂ ਦਾ 3rd ਬੂਸਟਰ ਆ ਗਿਆ, ਹੁਣ ਇਹਨਾਂ ਦਾ 4th ਬੂਸਟਰ ਆ ਗਿਆ। ਇੱਕ ਇਵਨ ਮੈਂ ਇਹ ਵੀ ਸੁਣਿਆ ਹੈਗਾ ਕਿ ਕਹਿੰਦੇ 5ਵਾਂ ਵੀ ਆ ਗਿਆ ਹੈਗਾ। ਸੋ ਸੁਣਨ ਨੂੰ ਆਇਆ ਕਿ ਆਲ ਟੂਗੇਦਰ 12 ਵੈਕਸੀਨਸ ਹੈਗੇ ਆਪਣੇ ਲੱਗੇ ਸੀ ਵੈਕਸੀਨ ਦੇ। ਅੱਛਾ, ਤੁਹਾਡੇ 2 ਵੈਕਸੀਨ ਦੇ ਸ਼ਾਟ ਲੱਗੇ ਸੀ? ਹਾਂਜੀ, ਤੇ ਤੀਜੀ ਦੀ ਮੈਨੂੰ ਫਿਰ ਈਮੇਲ ਆਈ ਸੀਗੀ। ਅੱਛਾ, ਹਾਂਜੀ, ਪਰ ਮੈਨੂੰ ਲੱਗਦਾ ਨਹੀਂ ਵੀ ਉਹਦੀ ਲੋੜ ਹੈ ਇਹਦੀ। ਮੇਰੀ ਮਦਰ ਨੇ ਵੀ 2 ਲਵਾਏ ਸੀ ਕਿਉਂਕਿ ਉਹਨਾਂ ਨੇ ਇੰਡੀਆ ਜਾਣਾ ਸੀ। ਉਸ ਬਾਅਦ ਈਮੇਲ ਆਏ, ਤੁਹਾਡੀ ਰਿਜ਼ਰਵੇਸ਼ਨ ਹੋ ਗਈ ਆ, ਤੁਹਾਡਾ ਸਿਕਿਉਰ ਕੀਤਾ ਹੋਇਆ ਵੈਕਸੀਨ, ਆ ਜਾਓ। ਹਾਂਜੀ ਹਾਂਜੀ, ਈਮੇਲ ਤੇ ਟੈਕਸਟ ਮੈਸੇਜ। ਹਾਂਜੀ, ਅਸੀਂ ਕਿਹਾ ਹੁਣ ਨਹੀਂ ਜਾਣਦੇ, ਉਹਨਾਂ ਨੇ ਇੰਡੀਆ ਧੱਕੇ ਨਾਲ ਲਵਾਉਣਾ ਪਿਆ, ਹੁਣ ਮਤਲਬ ਨਹੀਂ ਹੈਗਾ ਕੋਈ। ਹਾਂਜੀ, ਪਰ ਇਹਦੀ ਮੈਨੂੰ ਨਹੀਂ ਲੱਗਦਾ ਕੋਈ ਲੋੜ ਇੰਨੀ ਹੈ। ਜੇ ਵੈਕਸੀਨ ਗਵਰਨਮੈਂਟ ਹੁਣ ਆਪਣਾ ਨਾ ਦੂਜਾ ਕਰ ਰਹੀ ਹੈ, ਧੱਕਾ ਹੀ ਕਰਦੀ ਹੈ। ਇਹ ਮਜਬੂਰ ਨਹੀਂ ਕਿਸੇ ਨੂੰ ਕਰਨਾ ਚਾਹੀਦਾ, ਜੇ ਕਿਸੇ ਨੇ ਲਵਾਉਣਾ ਲਵਾ ਲੈਣ। ਹਾਂਜੀ, ਹੁਣ ਜੇ ਕੋਈ ਲਵਾਉਂਦਾ ਨਹੀਂਗਾ, ਹੁਣ ਪਿਛਲੇ 2 ਸਾਲਾਂ 'ਚ ਆਪਾਂ ਇਹ ਦੇਖਿਆ ਜੇ ਕੋਈ ਲਵਾਉਂਦਾ ਨਹੀਂ ਉਹਦੀ ਜੌਬ ਤੇ ਵੀ ਅਸਰ ਪਾਉਂਦੇ ਆ। ਹਾਂਜੀ, ਟਰੈਵਲ ਨਹੀਂ ਕਰ ਸਕਦਾ। ਹਾਂਜੀ, ਟਰੈਵਲ ਦੇ ਥੋੜੇ ਤਰੀਕੇ ਹੈਗੇ ਨੇ। ਮੈਂ ਵਰਤਦਾ ਜਿਵੇਂ ਕੈਨੇਡਾ 'ਚ ਟਰੈਵਲ ਕਰਨ ਨੂੰ ਰਿਲੀਜੀਅਸ ਐਗਜ਼ੈਂਪਸ਼ਨ ਕਹਿੰਦੇ, ਪਰ ਬਹੁਤਿਆਂ ਨੂੰ ਪਤਾ ਹੀ ਨਹੀਂ ਇਸ ਗੱਲ ਬਾਰੇ। ਹਾਂਜੀ, ਤੇ ਹੁਣ ਮੇਰੇ ਪੇਰੈਂਟਸ ਨੇ ਨਹੀਂ ਲਵਾਏ ਹਜੇ ਤੱਕ, ਚਲੋ। ਹਾਂਜੀ, ਪਰ ਉਹ ਸਾਰੇ ਪਾਸੇ ਤੰਗ ਕਰਦੇ। ਹੁਣ ਮੈਂ ਆਪਦੀ ਮਮ ਨਾਲ ਹਸਪੀਟਲ ਨਹੀਂ ਜਾ ਸਕਿਆ। ਅੱਛਾ, ਤੇ ਉਹ ਤਾਂ ਚੱਲ ਪੇਸ਼ੈਂਟ ਸੀਗੇ, ਮੈਨੂੰ ਰੋਕਤਾ, ਕਹਿੰਦੇ ਤੂੰ ਕਿਉਂ ਨਹੀਂ ਲਵਾਇਆ, ਤੈਨੂੰ ਅੰਦਰ ਜਾਣ ਨਹੀਂ ਦੇਣਾ। ਹਾਂਜੀ, ਯਾਰ ਮੇਰੀ ਮਮ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ। ਹਾਂਜੀ, ਇਹਦੇ 'ਚ ਹੈਲਪ ਕਰਨੀ ਚਾਹੀਦੀ ਆ ਉਹਨਾਂ ਨੂੰ। ਜੇ ਨਹੀਂ ਵੀ ਲੱਗਿਆ ਕੋਈ ਨਹੀਂ, ਸਾਨੂੰ ਕਿਹੜਾ ਕੋਈ ਦੂਜੀ ਵੀ ਦੂਜੀ ਬਿਮਾਰੀ ਕੋਵਿਡ ਥੋੜਾ ਸਾਨੂੰ ਪਿਆ ਹੋਇਆ। ਬਿਲਕੁਲ, ਹਾਂਜੀ, ਧੱਕਾ ਕਰ ਰਹੀ ਹੈ ਗਵਰਨਮੈਂਟ। ਜਿਵੇਂ ਮੱਝਾਂ ਗਾਵਾਂ ਰੱਖੀਆਂ, ਉਹਨਾਂ ਨੂੰ ਜਿੱਦਾਂ ਮਰਜ਼ੀ ਨੂੰ ਹੱਕ ਦਿਓ। ਹਾਂਜੀ, ਇਸ ਵੇਲੇ ਸਰਕਾਰ ਸਾਨੂੰ ਮੰਨ ਲਓ ਜਾਨਵਰ ਸਮਝ ਕੇ ਸਾਡੇ ਨਾਲ ਸਭ ਤੋਂ ਹਾਂਜੀ ਬਿਹੇਵੀਅਰ ਕਰ ਰਹੀ ਆ। ਬਿਲਕੁਲ, ਇੱਥੇ ਆਈ ਹੈ 2 ਸਾਲਾਂ 'ਚ ਇਹ ਵੀ ਦੇਖਿਆ ਕਿ ਆਪਣੇ ਧਾਰਮਿਕ ਜਿਹੜੇ ਹੱਕ ਆ ਉਹ ਵੀ ਬਹੁਤ ਥੋੜੇ ਨੇ। ਕਿ ਗੁਰਦੁਆਰਿਆਂ 'ਚ ਵੀ ਜਾਣੀ ਹਾਂਜੀ, ਇੱਥੇ ਤੱਕ ਵੀ ਕਿ ਲੰਗਰ ਵੀ ਬੰਦ ਹੋਇਆ। ਹਾਂ, ਲੰਗਰ ਵੀ ਬੰਦ ਹੋਇਆ। ਨਗਰ ਕੀਰਤਨ ਬੰਦ ਹੋ ਗਿਆ। ਨਗਰ ਕੀਰਤਨ 3 ਸਾਲ ਹੋ ਗਏ। 3 ਸਾਲ ਹੋ ਗਏ, ਮਤਲਬ ਹੋਣ ਨਹੀਂ ਦਿੱਤਾ। ਪਾਰਕਿੰਗ ਲਾਟ ਹੋ ਰਹੇ ਨੇ, ਮੈਨੂੰ ਪਤਾ ਹੈ ਇਸ ਸਾਲ, ਪਰ ਬਾਹਰ ਨਹੀਂ ਹੋ ਰਹੇ। ਹਾਂ, ਬਾਹਰ ਨਹੀਂ ਹੋ ਰਹੇ। ਬਾਹਰ ਸਨ ਰਨ ਹੋ ਰਹੀ ਹੈ ਜਿਹੜੀ 10 ਕਿੰਨੇ ਹਜ਼ਾਰਾਂ ਹੀ ਹੁੰਦੇ ਆ, ਹੋਰ ਇਦਾਂ ਦੀਆਂ ਰਨਸ ਹੋ ਰਹੀਆਂ। ਹਾਂਜੀ, ਧਾਰਮਿਕ ਹੱਕ ਆਪਣੇ ਖੋਏ ਜਾ ਰਹੇ ਨੇ, ਖੋਏ ਜਾ ਰਹੇ ਨੇ। ਹਾਂਜੀ, ਤੁਹਾਨੂੰ ਕੀ ਲੱਗਦਾ ਜੀ, ਇਹ ਅਸੀਂ ਸਰਕਾਰ ਦੇ ਨੌਕਰ ਹੈਗੇ ਕਿ ਸਰਕਾਰ ਸਾਡੀ ਨੌਕਰ ਹੈਗੀ ਆ? ਤੁਹਾਨੂੰ ਕੀ ਲੱਗ ਰਿਹਾ ਹੈਗਾ ਕਿ ਆਪਾਂ ਨੌਕਰ ਆਪਾਂ ਹੈਗੇ ਕਿ ਸਰਕਾਰ ਸਾਡੀ ਹੈਗੀ ਆ? ਇੱਥੋਂ ਤਾਂ ਲੱਗ ਰਿਹਾ ਹੈ ਕਿ ਸਰਕਾਰ ਹੀ ਰਾਜੇ ਐਂਡ ਅਸੀਂ ਨੌਕਰ ਹੈਗੇ ਇੱਥੇ। ਦੱਸੋ ਜੀ ਸਾਡੇ ਦਰਸ਼ਕਾਂ ਨੂੰ ਵੀ, ਤੁਸੀਂ ਵੈਕਸੀਨ ਕਿਉਂ ਨਹੀਂ ਲਈ? ਜਿੰਨਾ ਕਿ ਇਹਦਾ ਸੁਣਿਆ ਤੇ ਸਾਈਡ ਇਫੈਕਟ ਬਹੁਤ ਆ ਜੀ। ਲੋਕਾਂ ਨੂੰ ਸੁਣਿਆ ਪ੍ਰੋਬਲਮਾਂ ਬਹੁਤ ਆਉਂਦੀਆਂ ਇੰਜੈਕਸ਼ਨ ਤੋਂ ਬਾਅਦ, ਸੋ ਇਸ ਕਰਕੇ ਲਵਾਏ ਆ। ਸਾਨੂੰ ਇਹ ਵੀ ਪਤਾ ਲੱਗਾ ਵੀ ਫਾਇਦੇ ਨਾਲੋਂ ਨੁਕਸਾਨ ਜ਼ਿਆਦਾ। ਹਾਂਜੀ, ਫਾਇਦੇ ਤੋਂ ਨੁਕਸਾਨ ਜ਼ਿਆਦਾ। ਨੁਕਸਾਨ ਜ਼ਿਆਦਾ। ਦਵਾਈ ਤਾਂ ਅਸੀਂ ਲੈਂਦੇ ਆ ਵੀ ਸਾਨੂੰ ਫਾਇਦਾ ਹੋਵੇ। ਨਾਲੇ ਜੀ ਜਿਹੜਾ ਵਾਇਰਸ ਆ ਉਹ ਆਪੇ ਹੀ ਵਾਸ਼ ਆਊਟ ਹੋ ਜਾਂਦਾ ਥੋੜੇ ਦਿਨਾਂ ਬਾਅਦ। ਹਾਂਜੀ, ਜਿੱਦਾਂ ਖਾਂਸੀ ਜ਼ੁਕਾਮ ਜਿਵੇਂ ਕਰ ਲਓ ਜਿੱਦਾਂ। ਸਰਕਾਰ ਕੋਲੇ ਮਤਲਬ ਇੰਨੇ ਕੁ ਹੱਕ ਹੋਣੇ ਚਾਹੀਦੇ ਕਿ ਮਤਲਬ ਕਿ ਕੋਈ ਗੁਰਦੁਆਰੇ ਜਾ ਸਕੇ ਨਾ ਜਾ ਸਕੇ, ਉਹ ਵੀ ਸਰਕਾਰ ਦੱਸੇ। ਹਾਂ, ਦੱਸੇ, ਸਹੀ ਗੱਲ ਹੈ। ਤੁਹਾਨੂੰ ਲੱਗਦਾ ਮਤਲਬ ਇਦਾਂ ਹੋਣਾ ਨਹੀਂ ਚਾਹੀਦਾ? ਨਹੀਂ, ਇਹ ਨਹੀਂ ਹੋਣਾ ਚਾਹੀਦਾ। ਆਪਦੀ ਮਨਮਾਰਜ਼ੀ ਦਾ ਕੋਈ ਮਾੜਾ ਕੰਮ ਕੌਣ ਸਰਕਾਰ ਹੋਊਗਾ? ਹਾਂਜੀ, ਬਿਲਕੁਲ। ਕੰਮ ਹੁਣ ਕਿਸਾਨ ਇੰਨੇ ਇਕੱਠੇ ਸੀ, ਕਿਸੇ ਨੂੰ ਨਹੀਂ ਮਤਲਬ ਕੋਈ ਕਰੋਨਾ ਹੋਇਆ। ਸਹੀ ਗੱਲ ਹੈ, ਕੋਈ ਕਰੋਨਾ ਨਹੀਂ ਹੋਇਆ। ਕੋਈ ਕਰੋਨਾ ਨਹੀਂ ਹੋਇਆ। ਤੁਹਾਡਾ ਕੋਈ ਬਿਲਕੁਲ। ਮੈਨੂੰ ਤਾਂ ਇਹ ਦੇਖ ਕੇ ਮਾਹੌਲ ਯਾਦ ਆ ਗਿਆ 1975, 76, 77 ਇੰਡੀਆ, ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀਗੀ ਤੇ ਲੋਕਾਂ ਨੂੰ ਉਹ ਵੀ ਫੜ ਕੇ ਟੀਕੇ ਨਸਬੰਦੀ ਦੇ ਲਾਉਂਦੇ ਸੀਗੇ। ਬਿਲਕੁਲ। ਤੇ ਇਹ ਸਰਕਾਰਾਂ ਦਾ ਕੰਮ ਨਹੀਂ ਹੈਗਾ, ਇਹ ਮਨੁੱਖੀ ਆਜ਼ਾਦੀ ਦੇ ਖਿਲਾਫ ਹੈਗਾ। ਟਰੂਡੋ ਨੇ ਇੰਦਰਾ ਗਾਂਧੀ ਵਾਲਾ ਕੰਮ ਹੀ ਕੀਤਾ, ਜਿਹੜਾ ਕਿ ਮਤਲਬ ਜਦੋਂ ਫਰੀडम ਵਾਲੇ ਆਹੀ ਜਿਹੜੇ ਨਹੀਂ ਟੀਕੇ ਲਵਾਉਣੇ ਚਾਹੁੰਦੇ ਸੀ ਜਾਂ ਕਹਿੰਦੇ ਸੀ ਸਾਡੀ ਮਰਜ਼ੀ ਹੋਣੀ ਚਾਹੀਦੀ ਹੈ ਟੀਕਾ ਲਵਾਉਣਾ ਜਾਂ ਨਹੀਂ ਲਵਾਉਣਾ, ਤੇ ਉਹਨਾਂ ਤੇ ਐਮਰਜੈਂਸੀ ਕਰਕੇ ਪੁਲਿਸ ਤੇ ਉਹ ਵੀ ਪੁਲਿਸ ਵੀ ਧੱਕੇ ਨਾਲ ਉਹਨਾਂ ਨੂੰ ਕਿੱਦਾਂ ਹਟਾਇਆ ਗਿਆ, ਉਹਨਾਂ ਦੇ ਟਰੱਕ ਖੋਏ ਗਏ, ਕਿੱਦਾਂ ਲੋਕਾਂ ਤੇ ਧੱਕਾਸ਼ਾਹੀ ਕੀਤੀ, ਉਹ ਸਾਰਾ ਮਤਲਬ ਗਲਤ ਹੋਇਆ। ਬਹੁਤ ਵੱਡੀ ਗਲਤੀ ਸੀ ਸਰਕਾਰ ਦੀ। ਤੇ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈਗਾ ਵੀ ਜਿਹੜੇ ਮਾਸਕ ਦੇ ਵਿੱਚ ਜਿਹੜੇ ਛੇਦ ਹੁੰਦੇ ਆ, ਜਿਹੜਾ ਵਾਇਰਸ ਹੈਗਾ ਉਦੋਂ ਬਹੁਤ ਛੋਟਾ ਹੈਗਾ ਤੇ ਉਹ ਫਿਰ ਵੀ ਵੱਧ ਜਾਂਦਾ ਹੈਗਾ। ਮਤਲਬ ਸੇਫਟੀ ਸਾਨੂੰ ਲੱਗਦੀ ਹੈਗੀ ਆ, ਇਹ ਸਾਨੂੰ ਇਹ ਨਹੀਂ ਪਤਾ ਵੀ ਹੈਗੀ ਹੈ ਕਿ ਨਹੀਂ ਹੈਗੀ। ਹੁਣ ਜਿਵੇਂ ਕਹਿੰਦੇ ਆ ਵੀ ਮਾਨਸਿਕ ਸਾਨੂੰ ਬਸ ਲੱਗਦਾ ਹੈਗਾ। ਹਾਂ ਜੀ, ਹਾਂ। ਤੇ
ਤੁਹਾਨੂੰ ਇਹ ਤਾਂ ਲੱਗਦਾ ਵੀ ਹੋ ਸਕਦਾ ਇਹ ਸਰਕਾਰ ਦਾ ਸਾਨੂੰ ਡਰਾਉਣ ਦਾ ਤਰੀਕਾ ਹੋਵੇ, ਚਲੋ ਇੱਕ ਡਰ ਦਾ ਮਾਹੌਲ ਬਣਾਉਣ ਦਾ ਤਰੀਕਾ? ਡਰ ਦਾ ਵੀ ਹੋ ਸਕਦਾ ਹੈ, ਬੰਦਾ ਮਾਨਸਿਕਤਾ ਉੱਤੇ ਸਟਰੋਂਗ ਹੋ ਜਾਂਦਾ ਹੈ। ਡਾਕਟਰਾਂ ਦੇ ਕੈਨੇਡਾ 'ਚ ਰੱਦ ਕੀਤੇ ਗਏ ਜੀ, ਕਿਉਂਕਿ ਉਹ ਸਰਕਾਰ ਦੀ ਬੋਲੀ ਨਹੀਂ ਬੋਲੀ। ਅੱਛਾ ਜੀ। ਹਾਂਜੀ, ਇੱਥੇ ਤੱਕ ਮਤਲਬ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਲੈਟਰਾਂ, ਜੇ ਤੁਸੀਂ ਟੀਕੇ ਦੇ ਖਿਲਾਫ ਬੋਲੇ ਜਾਂ ਕਿਸੇ ਦੇ ਟੀਕੇ ਦਾ ਮਾੜਾ ਅਸਰ ਤੁਹਾਨੂੰ ਦਿਸੇ ਵੀ, ਤੁਸੀਂ ਟੀਕੇ ਨਾਲ ਨਹੀਂ। ਪਰ ਮੈਨੂੰ ਇਹ ਜਿਹਦੇ ਮੇਰੇ ਵੈਕਸੀਨ ਲੱਗੀ ਆ, ਮੇਰੇ ਇੰਨੇ ਹੱਡ ਪੈਰ ਜਾਣੇ ਦੁਖੇ ਆ ਦੂਜੇ ਫਾਈਜ਼ਰ ਦੇ ਟੀਕੇ ਨਾਲ, ਜਾਣੀ ਕਿ ਮੈਂ ਕੰਮ ਤੇ ਆਪਦੇ ਤੇ ਆਇਆ ਨਹੀਂਗਾ। ਤੁਹਾਨੂੰ ਪਤਾ ਵੀਰ ਜੀ, ਅਸੀਂ ਇਹ ਗੱਲ ਬਹੁਤ ਲੋਕਾਂ ਤੋਂ ਸੁਣੀ। ਮੇਰਾ ਜਾਣੀ ਕਿ ਮੈਂ ਜੰਗ ਉਮਰ ਦਾ ਮੁੰਡਾ ਹਜੇ, ਚੱਲ ਇਹ ਵੀ ਹੈ ਨਹੀਂ ਮੇਰੀ ਉਮਰ ਕੋਈ ਵੱਡੀ ਆ, ਤੇ ਮੈਨੂੰ ਪਤਾ ਵੀ ਮੈਂ ਟੀਕੇ ਲੱਗੇ ਤੋਂ ਬਾਅਦ ਜਾਣੀ ਕਿ ਵੀ ਦਿਨੇ ਤਾਂ ਚੱਲ ਮੈਂ ਲੱਗਿਆ ਤਾਂ ਮੇਰੇ ਇੱਥੇ ਕੰਮ ਦੇ ਵੇਲੇ ਹੀ ਸੀਗਾ, ਮੈਂ ਇੱਥੇ ਕੰਮ ਤੋਂ ਆਪਦੇ ਤੋਂ ਆਫ ਕਰਕੇ ਘੰਟਾ ਡੇਢ ਘੰਟੇ ਦੀ ਛੁੱਟੀ ਲੈ ਕੇ ਤੇ ਉੱਥੇ ਗਿਆ ਸੀਗਾ ਜਿੱਥੇ ਆਪਣੇ ਲੱਗ ਟੀਕੇ ਸਪੋਰਟ ਦੇ ਰੱਖਣਾ ਜੀ, ਉੱਥੇ ਲਵਾ ਕੇ ਤੇ ਰਾਤ ਨੂੰ ਤੇ ਮੇਰਾ ਉਹ ਬੁਰਾ ਹਾਲ ਹੋਇਆ, ਮੇਰੇ ਹੱਡ ਪੈਰ ਇੰਨੇ ਦੁਖੇ ਆ ਜਾਣੀ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਕਦੀ ਪਹਿਲਾਂ ਕੋਈ ਟੀਕੇ ਤੋਂ ਕਦੀ ਇਦਾਂ ਇੰਨਾ ਹੋਇਆ? ਕਦੇ ਨਹੀਂ ਵੀ, ਕਦੇ ਤਾਂ ਪਹਿਲਾਂ ਟੀਕਾ ਪਤਾ ਬੁਖਾਰ ਦਾ ਵੀ ਨਹੀਂ ਸਿਲਵਾਇਆ ਮੈਂ ਤਾਂ। ਤੁਹਾਨੂੰ ਕੀ ਲੱਗਦਾ ਜਿਹੜੇ ਡਾਕਟਰ ਕਹਿੰਦੇ ਨੇ ਬਸ ਬਾਂਹ ਹੀ ਦੁਖੂਗੀ ਜਾਂ? ਨਹੀਂ ਇਹ ਜ਼ਿਆਦਾ ਹੈ ਨਾ, ਇਹ ਮੇਰੀ ਬਾਂਹ ਨਹੀਂ ਕੱਲੀ, ਮੇਰਾ ਤਾਂ ਜੀ ਸਾਰਾ ਸਰੀਰ ਹੀ ਇੰਨੀ ਹੱਡ ਭੰਨਣੀ ਮੈਨੂੰ ਲੱਗਦੀ ਸੀ ਕਿ ਮੈਂ ਤੁਹਾਨੂੰ ਪੰਜਾਬੀ 'ਚ ਦੱਸਦਾ। ਕਿੰਨੇ ਦਿਨ ਰਿਹਾ ਜੀ? ਮੈਨੂੰ ਰਿਹਾ ਜੀ ਦੂਜੇ ਇੱਕ ਰਾਤ ਤੇ ਦੂਜੇ ਅੱਧਾ ਦਿਨ, ਡੇਢ ਦਿਨ, ਜਾਣੀ ਕਿ ਮੈਨੂੰ ਪਤਾ ਮੈਨੂੰ ਕਿੰਨੀ ਤਕਲੀਫ ਹੋਈ ਹੈ। ਅਸੀਂ ਕਈ ਲੋਕਾਂ ਨੂੰ ਜਾਣਦੇ ਜਿਨ੍ਹਾਂ ਨੇ ਲੱਤਾਂ ਚੱਲਣੀਆਂ ਬੰਦ ਹੋ ਗਈਆਂ, ਉਹ 2 ਹਫ਼ਤੇ ਉੱਠੇ ਨਹੀਂ। ਬਹੁਤ ਜ਼ਿਆਦਾ ਮੈਨੂੰ ਇਹਦੀ ਹੋਈ ਆ ਤਕਲੀਫ, ਬਹੁਤ ਜ਼ਿਆਦਾ। ਇਹ ਅੱਛਾ, ਸਾਨੂੰ ਗਵਰਨਮੈਂਟ ਜਿਹੜੀ ਹੈਗੀ ਹੈ ਤੇ ਧੱਕਾ ਨਹੀਂ ਕਰ ਸਕਦੀ, ਜਿਹੜੀ ਵੀ ਚੀਜ਼ ਆ ਪੁੱਛ ਕੇ ਲਾਉਣੇ ਨਹੀਂ ਲਾਉਣੇ ਉਹ ਆਪਣੀ ਚੋਇਸ ਹੋਣੀ ਚਾਹੀਦੀ ਹੈਗੀ। ਬਿਲਕੁਲ, ਸਾਨੂੰ ਆਪਣੀ ਚੋਇਸ ਹੋਣੀ ਚਾਹੀਦੀ ਹੈ। ਨਾਲੇ ਜਿਹਨੂੰ ਬਿਮਾਰੀ ਹੋਵੇ ਉਹ ਤਾਂ ਲਵਾਵੇ, ਨਾ ਮਤਲਬ ਤੁਸੀਂ ਠੀਕ ਆ ਜਾਵੇ, ਹੈ ਨਾ। ਬਹੁਤ ਤੁਸੀਂ ਸੋਹਣੀ ਗੱਲ ਕੀਤੀ ਆ। ਅੱਜ ਤੱਕ ਇਤਿਹਾਸ ਇਦਾਂ ਨਹੀਂ ਹੋਇਆ ਬਈ ਕਿਸੇ ਨੂੰ ਬਿਨਾਂ ਬਿਮਾਰੀ ਤੋਂ ਜ਼ਬਰਦਸਤੀ ਦਵਾਈ ਦਿੱਤੀ ਹੋਵੇ। ਉਹੀ ਮੇਰੇ ਤੇ ਇਦਾਂ ਵੀ ਨਹੀਂ ਕਦੇ ਹੋਇਆ ਵੀ ਬਿਮਾਰੀ ਕਿਸੇ ਨੂੰ ਤੇ ਦਵਾਈ ਤੁਸੀਂ ਲਾਓ। ਅੱਛਾ, ਬਿਲਕੁਲ ਇਦਾਂ ਵੀ ਕਦੇ ਨਹੀਂ ਹੋਇਆ ਇਦਾਂ। ਬਿਮਾਰ ਤਾਂ ਕੋਈ ਹੋਰ ਆ। ਇਹ ਮੈਡੀਕਲ ਕੋਡ ਦੇ ਵਿੱਚ ਵੀ ਲਿਖਿਆ ਹੈਗਾ ਬਈ ਤੁਸੀਂ ਕਦੇ ਵੀ ਕਿਸੇ ਲਈ ਦਵਾਈ ਨਹੀਂ ਲੈਣੀ, ਤੁਸੀਂ ਹਮੇਸ਼ਾ ਆਪਣੇ ਲਈ ਦਵਾਈ ਲੈਣੀ ਹੈ। ਤੇ ਸਾਡੇ ਕੈਨੇਡੀਅਨ ਚਾਰਟਰ ਆਫ ਰਾਈਟਸ ਵੀ ਲਿਖਿਆ ਹੈਗਾ ਬਈ ਕੋਈ ਵੀ ਕਿਸੇ ਨੂੰ ਕਦੇ ਵੀ ਦਵਾਈ ਜ਼ਬਰਦਸਤ ਨਹੀਂ ਦੇ ਸਕਦਾ। ਰਾਈਟ। ਜਿੱਦਾਂ ਤੁਸੀਂ ਕਿਹਾ ਵੀ ਉੱਤੋਂ ਤਾਕਤਾਂ ਸਾਰੀਆਂ ਇਕੱਠੀਆਂ, ਉਹਨਾਂ ਨੇ ਸੀਕ੍ਰੇਟ ਹੱਥ ਮਿਲਾਏ ਹੋਏ ਆ। ਹਾਂਜੀ। ਤੇ ਕਿੱਦਾਂ ਸਾਨੂੰ ਨਕੇਲ ਸਾਡੇ ਪਾਉਣੀ ਆ ਜਾਂ ਸਾਡੇ ਗਲੇ 'ਚ ਪੱਟਾ ਪਾਉਣਾ ਸਾਰਾ, ਹਾਂ ਇਹ ਸਾਰਾ ਕੁਝ ਸ਼ਰਯੰਤਰ ਹੈ ਜੀ ਇਹਦਾ ਸਾਰਾ। ਅੱਛਾ, ਤੁਹਾਨੂੰ ਪਤਾ ਬਈ ਅਸੀਂ ਜੇ ਇਹਦੇ ਖਿਲਾਫ ਲੋਕੀ ਖੜੇ ਹੋ ਜਾਣ, ਹਾਂਜੀ, ਕੋਈ ਰੈਫਰੈਂਡਮ ਹੋਵੇ, ਕੁਝ ਹੋਵੇ, ਇਦਾਂ ਹੋਣਾ ਚਾਹੀਦਾ, ਜਿੱਦਾਂ ਖੜਨਾ ਚਾਹੀਦਾ। ਜਿਹੜਾ ਗੋਰਿਆਂ ਨੇ ਬਥੇਰਾ ਸੰਘਰਸ਼ ਕਰ ਰਹੇ ਆ। ਹਾਂਜੀ। ਪਰ ਜਿਹੜੇ ਆਪਣੇ ਪੰਜਾਬੀ ਕਮਿਊਨਿਟੀ ਆ ਮਤਲਬ ਚੁੱਪ ਬੈਠੀ ਆ, ਬਿਲਕੁਲ ਨਹੀਂ ਖੜਨਾ ਚਾਹੀਦਾ ਜੀ, ਗੋਰਿਆਂ ਨਾਲ ਵੀ ਖੜਨਾ ਚਾਹੀਦਾ ਆਪਾਂ ਨੂੰ, ਕਿਉਂਕਿ ਇਹ ਹੱਕ ਸਾਰਿਆਂ ਦੇ ਆ। ਉਹ ਨਹੀਂ ਦੇਖ ਰਹੇ ਜਿਹੜੇ ਜਿਵੇਂ ਤੁਸੀਂ ਦੱਸਿਆ, ਜਿਹੜੇ ਉਹ ਇਲੀਟ ਨੇ, ਇਲੂਮੀਨਾਟੀ ਨੇ, ਉਹ ਨਹੀਂ ਦੇਖ ਰਹੇ ਤੁਸੀਂ ਗੋਰੇ ਆ ਕਾਲੇ ਆ, ਉਹਨਾਂ ਨੇ ਸਾਰਿਆਂ ਨੂੰ ਦੱਬਣਾ, ਉਹਨਾਂ ਨੇ ਸਾਰਾ ਕੰਟਰੋਲ ਕਰਨਾ ਨਾ ਜੀ। ਤੁਹਾਨੂੰ ਕੀ ਲੱਗਦਾ ਉਹ ਪੋਪੂਲੇਸ਼ਨ ਘਟਾ ਕੇ ਕੀ ਚਾਹੁੰਦੇ ਨੇ? ਮਤਲਬ ਉਹ ਜੀ ਇੱਕ ਉਹ ਨਹੀਂ ਹੈਗਾ, ਇੱਕ ਉਹ ਕਹਿੰਦੇ ਹੁੰਦੇ ਨੇ ਵਨ ਵਰਲਡ ਰੂਲ, ਪਤਾ ਨਹੀਂ ਇਦਾਂ ਹੀ ਆ ਕੁਛ। ਹਾਂਜੀ, ਉਹ ਚਾਹੁੰਦੇ ਨੇ ਵੀ ਸਾਰਾ ਸਿਸਟਮ ਹੀ ਆਪਾਂ ਧਰਮ ਖਤਮ ਕਰ ਦਈਏ। ਬਿਲਕੁਲ, ਵੀ ਇੱਕ ਤਰ੍ਹਾਂ ਆਪਾਂ ਧਰਤੀ ਨਵੀਂ ਬਣਾਈਏ, ਕੰਟਰੋਲ ਹਾਂਜੀ, ਆਬਾਦੀ ਘੱਟ ਹੋਊਗੀ, ਕੰਟਰੋਲ ਕਰਨਾ ਆਪੇ ਹੀ ਬ੍ਰੇਨ ਵਾਸ਼ ਕਰਨਾ ਚਾਹੁੰਦੇ ਨੇ ਜਿੰਨੇ ਕੁ ਲੋਕ ਰਹਿ ਗਏ। ਬਿਲਕੁਲ ਜੀ, ਬਿਲਕੁਲ। ਬੇਸਿਕਲੀ ਇਹਨਾਂ ਨੇ ਸਾਰਾ ਕੁਝ ਖਰੀਦ ਲਿਆ ਹੈਗਾ। ਜਿਹੜੇ RCMP ਦੇ ਟੌਪ ਲੇਡੀ ਹੈਗੀ ਹੈ ਬ੍ਰੈਂਡਾ ਲੱਕੀ, ਉਹ ਵਿਕ ਗਈ ਆ। ਜਿਹੜੇ ਹੈਲਥ ਆਫਿਸਰ ਹੈਗੇ ਆ ਟੌਪ ਦੇ BC ਦੇ ਤੇ ਕੈਨੇਡਾ ਦੇ, ਉਹ ਵਿਕ ਗਏ ਆ। ਜਿੰਨਾ ਨਿਊਜ਼ ਮੀਡੀਆ ਹੈਗਾ ਉਹ ਸਾਰਾ ਵਿਕ ਗਿਆ ਹੈਗਾ। ਤੇ ਹੋਰ ਤਾਂ ਹੋਰ ਸਾਡੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਵੀ ਵਿਕ ਗਈਆਂ ਹੈਗੀਆਂ। ਅੱਜ 3 ਸਾਲ ਹੈਗਾ ਜਦੋਂ ਇਹਨਾਂ ਨੇ ਨਗਰ ਕੀਰਤਨ ਨਹੀਂ ਕੀਤਾ, ਜਦ ਕਿ ਕਸੀਨੋ ਓਪਨ ਹੈਗੇ ਆ, ਬਾਰ ਓਪਨ ਹੈਗੇ ਆ, ਸਾਰਾ ਕੁਝ ਓਪਨ ਹੈਗਾ। ਸੰਗਤ ਹੋ ਰਹੀ ਆ, ਜਿਹੜੀ ਜਿੱਥੇ ਹਜ਼ਾਰਾਂ ਹੀ 10-10 ਹਜ਼ਾਰ ਲੋਕ ਹੁੰਦੇ ਨੇ, ਕਿੰਨੇ ਹੀ ਜ਼ਿਆਦਾ ਲੋਕ ਹੁੰਦੇ ਨੇ ਉੱਥੇ। ਹੋਰ ਇੱਥੇ ਐਪਸੋਡ 'ਚ ਰਨ ਹੁੰਦੀ ਆ, ਉਹ ਹੋ ਰਹੀ ਆ ਕਿ ਰਨ ਸਾਰੀਆਂ ਹੋ ਰਹੀਆਂ ਨੇ, ਹੋਰ ਸਾਰੇ ਪ੍ਰੋਗਰਾਮ ਚੱਲ ਰਹੇ ਨੇ। ਕੀ ਮਤਲਬ ਸਰਕਾਰ ਦਾ ਇੰਨਾ ਦਬਾਅ ਹੋ ਗਿਆ ਕਿ ਹੁਣ ਆਪਣੇ ਨਗਰ ਕੀਰਤਨ, ਇੱਥੇ ਤੱਕ ਕਿ ਕੋਵਿਡ ਦੇ ਦੌਰਾਨ ਤਾਂ ਲੰਗਰ ਬੰਦ ਕੀਤੇ ਗਏ, ਗੁਰਦੁਆਰੇ ਬੰਦ ਕੀਤੇ ਗਏ। ਗੁਰਦੁਆਰੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀਗੀ। ਚਲੋ ਮਹਾਰਾਜ ਦੀ ਕਿਰਪਾ, ਗੁਰੂ ਘਰ ਆ, ਫਿਰ ਵੀ ਕਿ ਫਾਈਨੈਂਸ਼ੀਅਲੀ ਕਿੱਦਾਂ ਸਰਵਾਈਵ ਕਰਾਂਗੇ, ਕਿਉਂਕਿ ਸੰਗਤ ਅਲਾਉਡ ਨਹੀਂ ਸੀਗੀ। ਚਾਦਰਾਂ ਸਾਰੇ ਪਾਸੇ ਵਿਛਾਤੀਆਂ, ਫੈਂਸ ਵਿਛਾਤੇ, ਵਿੱਚ ਥਾਂ ਪੋਸਟਰ ਲਾ ਦੇ ਕਿ ਮੂੰਹ ਟਕੋ। ਗੁਰਬਾਣੀ 'ਚ ਤਾਂ ਲਿਖਿਆ ਪਰਦਾ ਕਰਕੇ ਨਹੀਂ ਹੋਣਾ ਗੁਰੂ ਸਾਹਿਬ ਵੱਲ।
ਬਿਲਕੁਲ ਜੀ, ਤੁਹਾਨੂੰ ਮੁਬਾਰਕਾਂ ਵੀ ਤੁਸੀਂ ਆਪਣੀ ਹਿੰਮਤ ਤੇ ਡਟੇ ਰਹੇ ਤੇ ਤੁਸੀਂ ਆਪਣੇ ਰੱਬ ਤੇ ਵਿਸ਼ਵਾਸ ਕੀਤਾ ਤੇ ਸਰਕਾਰਾਂ ਦੇ ਅੱਗੇ ਝੁਕੇ ਨਹੀਂ ਤੇ ਰੱਬ ਤੁਹਾਨੂੰ ਲੰਮੀਆਂ ਉਮਰਾਂ ਦੇਊਗਾ। ਥੈਂਕ ਯੂ ਡਾਕਟਰ ਨੇ ਵੀ ਮੈਨੂੰ ਕਿਹਾ ਸੀਗਾ ਹਾਂਜੀ, ਜਿੱਦਾਂ ਉਹਨੇ ਮੈਂ ਕਿਹਾ ਮੈਂ ਗੁਰਦੁਆਰੇ ਜਾਂਦੀ ਆ ਵੀ ਮੇਰਾ ਤਾਂ ਮਿਸ ਹੁੰਦਾ ਆ, ਮੈਂ ਤਾਂ ਫੀਲ ਨਹੀਂ ਗੁੱਡ ਕਰਦੀ। ਉਹਨੇ ਕਿਹਾ ਵੀ ਤੂੰ ਜਾ, ਮੈਂ ਵੀ ਪੇਸ਼ੈਂਟ ਦੇਖ ਲਈ ਆ। ਅੱਛਾ, ਤੇ ਤੈਨੂੰ ਡਰਨ ਦੀ ਕੋਈ ਲੋੜ ਨਹੀਂ, ਤੂੰ ਹੱਥ ਧੋ ਜੋ ਉੱਥੇ ਦਾ ਪ੍ਰੀਕਾਸ਼ਨ ਕਰ ਲਈ ਦੱਸਦੇ ਗੁਰਦੁਆਰੇ ਵਿੱਚ ਵੀ ਮੈਂ ਮਾਸਕ ਪਾ ਕੇ ਜਾ, ਹੱਥ ਧੋ ਆਉਂਦੀ ਜਾਂਦੀ, ਤੈਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਚਲੋ ਚੰਗਾ, ਥੋੜਾ ਡਾਕਟਰ ਚੰਗਾ, ਨਹੀਂ ਤਾਂ ਡਾਕਟਰਾਂ ਨੂੰ ਧੱਕਾ ਕੀਤਾ ਹੋਇਆ ਬਈ ਤੁਸੀਂ ਬਹੁਤ ਵੈਕਸੀਨ ਸਾਰਿਆਂ ਨੂੰ ਲਵਾ ਲਓ। ਹਾਂਜੀ, ਉਹ ਬਹੁਤ ਚੰਗਾ ਡਾਕਟਰ ਹੈ ਸਾਡਾ। ਹੈਗੇ ਤੇ ਮੈਂ ਬੂਸਟਰ ਨਹੀਂ ਲਵਾਇਆ। ਦੇ ਸਟਿਲ ਕੈਪਟ ਸੈਂਡਿੰਗ ਮੀ ਆਲ ਦੋਸ ਟੈਕਸਟ ਮੈਸੇजेस ਕਿ ਤੁਸੀਂ ਆ ਕੇ ਬੂਸਟਰ ਲਵਾਓ, ਬੂਸਟਰ ਲਵਾਓ। ਇਟਸ ਮਾਈ ਓਨ ਪਰਸਨਲ ਚੋਇਸ। ਜੇ ਮੈਨੂੰ ਲੱਗੂਗਾ ਤਾਂ ਮੈਂ ਚਲੇ ਜਾਊਂਗੀ। ਇੰਨਾ ਕਿਉਂ ਇਹਦੇ ਮਗਰ ਪਏ ਹੋਏ ਆ ਕਿ ਤੁਸੀਂ ਜਾ ਕੇ ਬੂਸਟਰ ਆ ਕੇ ਹੀ ਲਵਾਓ। ਸੋ ਵਾਈ ਦੇ ਇੰਨਾ ਫੋਕਸ ਕਿਉਂ ਕਰ ਰਹੇ ਇਸ ਚੀਜ਼ ਤੇ, ਮੈਨੂੰ ਇਹ ਸਮਝ ਨਹੀਂ ਆ ਰਹੀ ਹੈ। ਇਹ ਤਾਂ ਬਹੁਤ ਵੱਡਾ ਸਵਾਲ ਹੈਗਾ ਜੀ, ਇਹ ਕਿਸੇ ਨੂੰ ਵੀ ਸਮਝ ਨਹੀਂ ਆ ਰਹੀ। ਉੱਦਾਂ ਲੋਕੀ ਕਹਿੰਦੇ ਆ ਬਈ ਇਹ ਚਾਹੁੰਦੇ ਆ ਵੀ ਜਨਸੰਖਿਆ ਘਟੇ, ਪਾਪੂਲੇਸ਼ਨ। ਇਹਨਾਂ ਨੇ 3 4 5 12 ਬੂਸਟਰ ਤੁਹਾਨੂੰ ਲਾਉਣੇ ਆ ਜਦ ਤੱਕ ਤੁਸੀਂ ਮੰਨ ਲਓ ਬਹਿ ਹੀ ਨਹੀਂ ਜਾਂਦੇ। ਹਾਂਜੀ, ਉਹ ਤਾਂ ਮੈਨੂੰ ਵੀ ਸੁਣਨ ਨੂੰ ਆਇਆ ਹੈਗਾ, ਸੁਣਨ ਨੂੰ ਵੀ ਨਹੀਂ, ਤੁਸੀਂ ਦੇਖ ਹੀ ਰਹੇ ਆ। ਮੈਂ 5ਵਾਂ ਵੀ ਟਵਿੱਟਰ ਤੇ ਰੀਡ ਕਰ ਲਿਆ ਹੈਗਾ ਕਿ ਜਿਹੜਾ ਟਰੂਡੋ, ਮਿਸਟਰ ਟਰੂਡੋ ਹੈਗੇ ਜੀ, ਇਹਨਾਂ ਨੇ ਅਨਾਉਂਸ ਕੀਤਾ ਕਿ ਪ੍ਰੋਟੀਨ ਵੇਸਡ ਵੈਕਸੀਨਸ ਆਇਆ ਹੋਇਆ। ਉਹ 5th ਵੈਕਸੀਨ ਹੈਗਾ ਪ੍ਰੋਟੀਨ ਬੇਸਡ ਵੈਕਸੀਨ। ਸੋ ਤੁਸੀਂ ਇਹੀ ਦੇਖ ਲਓ ਵੀ ਜੇ ਹੁਣ 12 ਆਉਣੇ, ਸਾਨੂੰ ਕਿੱਦਾਂ ਪਤਾ ਸੀ 12 ਆਉਣੇ? ਹਾਊ ਕਿ ਆਪਾਂ ਨੂੰ ਇਹ ਚੀਜ਼ ਪਹਿਲਾਂ ਹੀ ਪਤਾ ਲੱਗ ਗਈ ਸੀ ਜਦੋਂ ਵੀ ਕਿੰਨੇ ਵੈਕਸੀਨਸ ਆਉਣੀਆਂ। 5ਵਾਂ ਵੀ ਆ ਚੁੱਕਿਆ ਹੈਗਾ ਤੇ ਵੈਸੇ ਹੁਣ ਕਾਫੀ ਨੌਕਰੀਆਂ ਵੀ ਚੱਲ ਗਈਆਂ ਜਿਨ੍ਹਾਂ ਨੇ ਨਹੀਂ ਲਵਾਏ ਟੀਕੇ, ਉਹਨਾਂ ਦੇ ਕੰਮਾਂ ਤੋਂ ਕੱਢਿਆ ਗਿਆ। ਇੱਥੇ ਤਾਂ ਅਸੀਂ ਕੁਝ ਗੁਰਦੁਆਰਿਆਂ ਨੇ ਵੀ ਕਿਹਾ ਕਿ ਬਿਨਾਂ ਟੀਕੇ ਤੋਂ ਤੁਸੀਂ ਗੁਰਦੁਆਰੇ ਨਹੀਂ ਜਾ ਸਕਦੇ। ਤੁਹਾਨੂੰ ਉਹਦੇ ਬਾਰੇ ਕੀ ਉਹ ਤਾਂ ਵੈਸੇ ਸਰਕਾਰ ਧੱਕਾ ਕਰ ਰਹੀ। ਜਿਹੜਾ ਬੰਦਾ ਪਹਿਲਾਂ ਹੀ ਹੈਲਥੀ ਆ ਉਹਨੂੰ ਕੋਈ ਟੀਕਿਆਂ ਦੀ ਖਾਸ ਲੋੜ ਨਹੀਂ। ਬਿਲਕੁਲ ਸਿੱਧੀ ਗੱਲ ਆ। ਜਿਹੜਾ ਹੈਲਥੀ ਆ, ਜਿਹੜਾ ਪਹਿਲਾਂ ਇੱਕ ਕਮਜ਼ੋਰ ਆ ਉਹਨੂੰ ਬਿਮਾਰੀ ਮਤਲਬ ਆ ਕੇ ਇਹਦੇ ਟੀਕੇ ਲਵਾਉਣ ਨੂੰ ਘੇਰੀ ਜਾਂਦੀ ਆ। ਜਿਹੜਾ ਤੁਸੀਂ ਧਿਆਨ ਨਹੀਂ ਦੇ ਰਹੇ, ਹੁਣ ਇੱਕ ਬੰਦਾ ਛੱਕਾ ਮਾਰਦਾ ਘਰੋਂ ਖੜੀ ਹੋਈ ਆ, ਉਹ ਆਪ ਪਰਹੇਜ਼ ਰੱਖੇ ਆਵੇ ਨਾ ਬਿਲਕੁਲ ਪਾਸੇ ਰਹੇ। ਸਾਨੂੰ ਆਪ ਹੀ ਸਮਝ ਆਉਂਦੀ ਉਹ ਸਮਝਦਾ, ਸਾਨੂੰ ਪਤਾ ਅਸੀਂ ਉੱਥੇ ਨੱਕ ਮੱਥ ਲਾਉਣੇ ਕੁਛ ਕਰਦੇ ਆ ਤਾਂ ਸਾਨੂੰ ਪਤਾ ਸਾਨੂੰ ਇਹ ਕਿਉਂ ਉੱਥੇ ਬੈਠੇ ਕੋਈ ਬੰਦੇ ਅਸੀਂ ਘਰੇ ਆਦਾ ਇਲਾਜ ਕਰਾ ਕੇ ਤੇ ਠੀਕ ਹੋ ਕੇ ਫੇਰ ਕੱਟ ਜਾਈਏ। ਉਹ ਸਾਡੀ ਡਿਊਟੀ ਬਾਹਰ ਦੀ ਬਣਦੀ ਹੈ। ਅੱਛਾ, ਇਹ ਤਾਂ ਹੈਗਾ ਕਿ ਜਿਹੜਾ ਸਾਡਾ ਮੀਡੀਆ ਹੈਗਾ, ਗੋਰਿਆਂ ਨੂੰ ਤਾਂ ਛੱਡੋ, ਜਿਹੜੇ ਪੰਜਾਬੀ ਚੈਨਲ ਹੈਗੇ ਆ ਜਿਹਨੇ ਲੋਕਾਂ ਵਿੱਚ ਸਰੀ 'ਚ, ਤੇ ਇਹ ਕਿਸੇ ਕੋਈ ਵੀ ਇਹਨਾਂ 'ਚ ਇਹਦੇ ਖਿਲਾਫ ਨਹੀਂ ਬੋਲਦਾ, ਨਾ ਕੋਈ ਜਾਣਕਾਰੀ ਦਿੰਦਾ। ਜੋ ਸਰਕਾਰ ਕਹਿੰਦੀ ਆ ਵਾ ਉਹੀ ਦੁਹਰਾਈ ਜਾਂਦੇ ਆ। ਘੱਟੋ ਘੱਟ ਜਾਂਚ ਤਾਂ ਹੋਣੀ ਚਾਹੀਦੀ, ਲੋਕਾਂ ਨੂੰ ਸਵਾਲ ਤਾਂ ਪੁੱਛਣ। ਤੁਹਾਡਾ ਕੀ ਖਿਆਲ ਆ, ਇਹ ਇਦਾਂ ਕਿਉਂ ਕਰਦੇ ਆ ਮੀਡੀਆ? ਤੁਹਾਨੂੰ ਕੁਝ ਹੈਗਾ ਆਈਡੀਆ ਵੀ ਇਦਾਂ ਕਿਉਂ ਕਰਦੇ ਆ? ਸਰਕਾਰ ਦੀ ਹਾਂ ਜਾਂ ਕਿਉਂ ਮਾਰੀ ਜਾਂਦੇ ਆ? ਨਹੀਂ, ਇਹ ਨਹੀਂ ਕਿ ਤੁਹਾਨੂੰ ਲੱਗਦਾ ਕਿਤੇ ਡਰੇ ਹੋਏ ਨੇ ਲੋਕ ਕਿ ਬੋਲੀਏ ਨਾ, ਨਹੀਂ ਤਾਂ ਫਿਰ ਸਾਡੇ ਤੇ ਨਾ ਕੋਈ ਅਸਰ ਹੋ ਜਾਏ? ਨਹੀਂ, ਇਹ ਤਾਂ ਇਹਦੇ ਜੀ 2 ਕਾਰਨ ਹੈਗੇ ਆ। ਪਹਿਲਾਂ ਤਾਂ ਸਰਕਾਰ ਸਾਰੇ ਪੰਜਾਬੀ ਮੀਡੀਆ ਨੂੰ ਪੈਸਾ ਦਿੰਦੀ ਆ, ਦੂਜਾ ਇਹਨਾਂ ਨੂੰ ਡਰਾਇਆ ਹੋਇਆ, ਤੇ ਦੋਨੋਂ ਹੀ ਕੰਮ ਹੈਗੇ ਆ। ਤੇ ਉਹ ਕਦੇ ਵੀ ਤੁਹਾਨੂੰ ਕਹਿੰਦੇ ਨਹੀਂ, ਕਦੇ ਵੀ ਨਹੀਂ ਕਹਿੰਦੇ ਵੀ ਤੁਸੀਂ ਬਾਹਰ ਜਾਓ, ਐਕਸਰਸਾਈਜ਼ ਕਰੋ, ਖੁੱਲਾ ਸਾਹ ਲਓ, ਵਾਈਟਾਮਿਨ ਮਿਨਰਲ ਖਾਓ, ਕੁਛ ਕਹਿੰਦੇ ਹੀ ਨਹੀਂ। ਕਹਿੰਦਾ ਬਸ ਟੀਕਾ ਲਵਾਓ, ਬਸ ਹਾਂਜੀ, ਮਾਸਕ ਪਾਓ ਤੇ ਡਰ ਜਾਓ, ਤੇ ਡਰ ਕੇ ਘੁੱਗੂ ਬਣ ਕੇ ਆਪਣੀ ਲਾਈਫ ਬਿਤਾਓ, ਤੇ ਜਿੱਦਾਂ ਅਸੀਂ ਕਹਿੰਦੇ ਆ ਉਦਾਂ ਕਰੋ ਬਸ। ਹਾਂਜੀ, ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ। ਚਲੋ ਠੀਕ ਹੈ ਜੀ, ਆਪਣਾ ਨਾਮ ਦੱਸੋ ਜੀ, ਕੀ ਤੁਹਾਡਾ ਸ਼ੁਭ ਨਾਮ? ਮੇਰਾ ਨਾਮ ਜੀ ਤੇਜਿੰਦਰਪਾਲ ਸਿੰਘ। ਤੇਜਿੰਦਰਪਾਲ ਸਿੰਘ ਜੀ, ਬਹੁਤ ਚੰਗਾ ਲੱਗਾ ਤੁਹਾਡੇ ਵਿਚਾਰ ਸੁਣ ਕੇ। ਹਾਂਜੀ, ਥੈਂਕ ਯੂ। ਇਹ ਅਤਿਆਚਾਰ ਦੇ ਖਿਲਾਫ ਸਾਨੂੰ ਹੀ, ਆਮ ਜਨਤਾ ਨੂੰ ਉੱਠਣਾ ਪੈਣਾ ਤੇ ਮੋਰਚੇ ਲਾਉਣੇ ਪੈਣੇ ਆ। ਬਿਲਕੁਲ, ਜੇ ਜੇ ਅਸੀਂ ਬੈਠੇ ਰਹੇ ਘਰੇ ਵੀ ਆਪੇ ਹੀ ਹੋ ਜਾਊਗਾ ਤੇ ਕੁਝ ਨਹੀਂ ਹੋਣਾ। ਸਾਡਾ ਧਰਮ ਹੀ ਬਣਿਆ ਹੈਗਾ ਅਨਿਆਏ ਤੇ ਅਤਿਆਚਾਰ ਦੇ ਖਿਲਾਫ ਲੜਨ ਲਈ। ਘੱਟੋ ਘੱਟ ਆਵਾਜ਼ ਤਾਂ ਉਠਾਓ। ਹਾਂਜੀ, ਇਹ ਸਾਡਾ ਫਰਜ਼ ਹੈਗਾ। ਅੱਗੇ ਜੋ ਮਰਜ਼ੀ ਹੋਵੇ, ਇਹ ਸਾਡਾ ਫਰਜ਼ ਹੈਗਾ। ਸਾਨੂੰ ਸਾਡੇ ਗੁਰੂਆਂ ਨੇ ਸ਼ੇਰ ਬਣਾਇਆ ਹੈਗਾ ਤੇ ਅਸੀਂ ਗਿੱਦੜਾਂ ਦੀ ਫੌਜ ਤੋਂ ਡਰ ਕੇ ਨਾ ਬਹਿ ਜਾਈਏ। ਸਾਡਾ ਫਰਜ਼ ਹੈਗਾ ਸੱਚਾਈ ਲਈ ਦਹਾੜੀਏ। ਹਾਂਜੀ, ਬਿਲਕੁਲ। ਤੇ ਆਪਣੇ ਜਸਵੰਤ ਸਿੰਘ ਖਾਲੜਾ ਜਿਹੜੇ ਕੈਨੇਡਾ ਦੀ ਧਰਤੀ ਤੇ ਆਏ ਸੀਗੇ ਦੱਸਣ ਬਾਰੇ ਕੀ ਜ਼ੁਲਮ ਹੁੰਦੇ ਨੇ ਭਾਰਤ ਵਿੱਚ, ਉੱਥੇ ਤਾਂ ਹੁੰਦੇ ਹੀ ਨੇ, ਆਪਾਂ ਨੂੰ ਕੋਈ ਸ਼ੱਕ ਨਹੀਂ ਗੀ। ਪਰ ਇੱਥੇ ਜਿਹੜੇ ਹੋ ਰਹੇ ਨੇ ਉਹਨਾਂ ਬਾਰੇ ਕਿਉਂ ਚੁੱਪ? ਇੱਥੇ ਜਿਹੜੇ ਜ਼ੁਲਮ ਹੋ ਰਹੇ ਨੇ ਲੋਕਾਂ ਨਾਲ, ਜਿਨ੍ਹਾਂ ਦੇ ਬੈਂਕ ਅਕਾਊਂਟ ਫਰੀਜ਼ ਕੀਤੇ ਗਏ, ਜਾਂ ਜਿਨ੍ਹਾਂ ਦੀਆਂ ਨੌਕਰੀਆਂ ਚਲ ਗਈਆਂ, ਜਾਂ ਜਿਨ੍ਹਾਂ ਦੇ ਬੱਚੇ ਟੀਕੇ ਲਵਾਉਣ ਤੋਂ ਬਾਅਦ ਪੂਰੇ ਹੋ ਗਏ ਨੇ, ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਗਈ ਹੁਣ, ਉਹ ਕਿੱਥੇ ਜਾਣ?
ਜਿੰਨੇ ਵਾਰ ਤੁਸੀਂ ਸ਼ਾਟ ਲਵਾਈ ਜਾਂਦੇ ਆ ਹਰ ਸ਼ਾਟ ਤੋਂ ਬਾਅਦ ਤੁਹਾਡੀ ਇਮਿਊਨਿਟੀ ਘਟੀ ਜਾਣੀ ਹੈ ਬਿਲਕੁਲ ਤੁਸੀਂ ਇਹ ਦੇਖ ਲਓ ਜੀ, ਮੈਨੂੰ ਕਦੇ ਲਾਈਫ ਦੇ ਵਿੱਚ ਠੰਡ ਹੀ ਨਹੀਂ ਸੀ ਲੱਗਦੀ। ਵਿੰਟਰ ਆ ਗਿਆ, ਕੁਛ ਆ ਗਿਆ, ਆਈ ਵਾਸ ਕਾਈਂਡ ਆਫ ਪਰਸਨ ਕਿ ਮੈਨੂੰ ਠੰਡ ਲੱਗਣੀ ਨਹੀਂ। ਮੇਰੇ ਵਿੱਚ ਜਦੋਂ ਲਾਸਟ ਵੈਕਸੀਨਸ ਲੱਗਾ ਮੇਰੇ ਸੈਕਿੰਡ ਵਨ, ਤੇ ਵਿਦਿਨ ਦੈਟ 30 ਡੇਜ਼ ਮੇਰੀ ਠੰਡ ਇੰਨੀ ਜ਼ਿਆਦਾ ਵੱਧ ਗਈ ਕਿ ਮੈਨੂੰ ਫੈਮਿਲੀ ਵੀ ਪੁੱਛਣ ਲੱਗ ਪਈ, ਕੰਸਰਨ ਹੋ ਗਿਆ ਕਿ ਤੈਨੂੰ ਠੰਡ ਕਿਉਂ ਲੱਗ ਰਹੀ ਹੈਗੀ ਹੈ। And then I thought कि maybe it will go away like in 30 days or 2 months, but it never went away. Still there. 6 ਮਹੀਨੇ ਹੋ ਗਏ ਹੁਣ ਤੱਕ ਮੈਨੂੰ 6 ਮਹੀਨੇ ਹੋ ਗਏ, ਮੇਰੀ ਠੰਡ ਹਜੇ ਤੱਕ ਵੀ ਸਮਰ ਵੀ ਆ ਗਈ ਹੈ, but I still feel cold. ਮੈਂ ਤਾਂ ਕਹਿੰਦਾ ਕੋਈ ਐਸਾ ਨੁਸਖਾ ਕੋਈ ਲੱਭੇ, ਕੋਈ ਇੰਡੀਅਨ ਜੜੀ ਬੂਟੀ ਵੀ ਇਹ ਜ਼ਹਿਰ ਸਾਡੇ ਸਰੀਰ ਚੋਂ ਬਾਹਰ ਨਿਕਲੇ। ਤੁਸੀਂ ਇਹ ਲੈ ਲਓ ਕਿ ਨਾਲੇ ਧੱਕਾ ਕਿਉਂ ਕਰ ਰਹੇ ਸਾਡੀ ਬਾਡੀ ਦੇ ਨਾਲ, ਸਾਡੇ ਆਪਣੀ ਹਿਊਮਨ ਰਾਈਟਸ ਦਾ। ਅਸੀਂ ਲਵਾਈਏ ਨਾ ਲਵਾਈਏ, ਕਰੋਨਾ ਐਵਰੀ ਆਫਟਰ 6 ਮੰਥ ਰਿਪੀਟ ਕਰਨ ਲੱਗ ਪੈਂਦੇ, ਕਰੋਨਾ ਆ ਗਿਆ। ਸੋ ਅੱਜ ਤੱਕ ਕੈਂਸਰ ਦਾ ਇਲਾਜ ਤਾਂ ਇਹਨਾਂ ਕੋਲੋਂ ਨਿਕਲਿਆ ਨਹੀਂ ਹੈ, ਤੇ ਕਰੋਨਾ ਦਾ ਇਲਾਜ ਵੀ 2 ਮਹੀਨੇ ਦੇ ਵਿੱਚ ਕੱਢ ਕੇ ਸਾਨੂੰ ਕਹਿ ਰਹੇ ਵੈਕਸੀਨ ਲਵਾਓ। ਇੱਥੇ ਆਪਣੇ ਪੰਜਾਬੀ ਕਿਉਂ ਨਹੀਂ ਉੱਠ ਕੇ ਵਿਰੋਧ ਕਰਦੇ, ਜਿੱਦਾਂ ਗੋਰੇ ਰੈਲੀਆਂ ਕਰਦੇ ਆ ਤੇ ਸਰਕਾਰ ਦੇ ਖਿਲਾਫ ਆਪਣੇ ਹੱਕਾਂ ਲਈ ਲੜਦੇ ਆ? ਉੱਥੇ ਵੀ ਸੁਣਦਾ ਨਹੀਂ, ਮੱਥਾ ਥੋੜਾ ਮਾਰਦੇ ਸੁਣਦੇ ਨਹੀਂ। ਬਾਕੀ ਆਪਣੇ ਬੰਦੇ ਥੋੜੇ ਜਿਹੇ ਉੱਥੇ ਹੋਰ ਹਿਸਾਬ ਆ, ਉੱਥੇ ਨਹੀਂ ਸੋਚਦੇ, ਆਪਣੇ ਲੰਮੀ ਸੋਚਦੇ। ਨਹੀਂ ਮੈਂ ਇੱਥੇ ਦੀ ਗੱਲ ਕਰਦਾ ਜੀ, ਕੈਨੇਡਾ 'ਚ ਇੱਥੇ ਦੇ ਜਿਹੜੇ ਪੰਜਾਬੀ ਹੈਗੇ ਆ ਸਰੀ ਐਬਟਸਫੋਰਡ ਦੇ, ਪੰਜਾਬੀ ਵੀ ਡਰਦੇ ਆ, ਸਾਨੂੰ ਕੱਢ ਦੇਣਗੇ 20 ਗੱਲਾਂ ਆਉਂਦੀਆਂ ਇੱਥੇ। ਇਮੀਗ੍ਰੇਸ਼ਨ ਦਾ ਪੱਕੇ ਨਾ ਕੀਤੇ ਜਾਣ ਸਾਡੇ ਦੇਗਾ, ਥੋੜਾ ਡਰ ਪਾਇਆ ਹੋਇਆ ਸਰਕਾਰ ਦਾ। ਨਹੀਂ ਜਿਹੜੇ 20 ਸਾਲ ਤੋਂ ਆਏ ਹੋਏ ਆ ਉਹ ਵੀ ਨਹੀਂ ਬੋਲਦੇ। ਉਹ ਨਹੀਂ ਪਰਿਵਾਰ ਪੂਰਾ ਉਹ ਤਾਂ ਕਹਿੰਦੇ ਵੀ ਜੇ 20 ਸਾਲ ਬੰਦੇ ਵੀ ਕਹਿੰਦੇ ਪਿੱਛਾ ਨਹੀਂ ਹੋਣਾ ਚਾਹੀਦਾ, ਜੇ ਮਾੜੀ ਮੋਟੀ ਗੱਲਬਾਤ ਤੋਂ ਬੈਠ ਕੇ ਮਿਨਿਸਟਰਾਂ ਨੂੰ ਤਾਂ ਚੁਣ ਕੇ ਉਹਨਾਂ ਨੂੰ ਤਨਖਾਹ ਦੇ ਕੇ ਸਾਡੇ ਭਲੇ ਲਈ ਉੱਥੇ ਭੇਜਿਆ ਹੈ। ਭੱਲੇ ਭੇਜਿਆ, ਲੋਕਾਂ ਨੇ ਚੁਣ ਕੇ ਭੇਜਿਆ, ਤੇ ਲੋਕਾਂ ਨੇ ਕਿਹਾ ਵੀ ਲੋਕਾਂ ਲਈ ਭਲਾਈ ਦੇ ਕੰਮ ਕਰਨਗੇ ਤਾਂ ਚੁਣ ਕੇ ਭੇਜਿਆ। ਤੇ ਵੋਟਾਂ ਦੇਣ ਦਾ ਇਹ ਮਤਲਬ ਹੈ ਕਿ ਵੋਟ ਦੇ ਕੇ 4 ਸਾਲ ਛੁੱਟੀ। ਹਾਂ, ਤੇ ਜਾਂ ਤਾਂ ਛੁੱਟੀ ਤੇ ਮੁੜ ਕੇ ਤੁਹਾਡੇ ਤੇ ਹਕੂਮਤ ਕਰਨਾ ਉਲਟ ਤੇ ਉਹ ਨਹੀਂ। ਸਾਡੇ ਡਾਕਟਰਾਂ ਨੂੰ ਤਾਂ ਉਹਨਾਂ ਦੇ ਡਾਕਟਰ ਨੂੰ ਜੋਬ ਕਰਦੇ ਆ, ਸਰਕਾਰ ਤੋਂ ਮਨੀ ਲੈਂਦੇ ਆ, ਤੇ ਡਾਕਟਰ ਨੂੰ ਤੇ ਉਹਨਾਂ ਦਾ ਹੱਕ 'ਚ ਬੋਲਣਾ ਹੀ ਪੈਂਦਾ, ਮਜਬੂਰੀ ਆ। ਇਹ ਲਾਇਸੈਂਸ ਵੀ ਰੱਦ ਕੀਤੇ ਡਾਕਟਰ ਜਿਹੜੇ ਨਹੀਂ ਮੰਨਦੇ। ਘੁੰਮ ਫਿਰ ਕੇ ਪੈਸੇ ਦੀ ਗੱਲ ਆ ਜਾਂਦੀ ਆ, ਜਦੋਂ ਪੈਸੇ ਦੀ ਗੱਲ ਆਈ ਤਾਂ ਤੁਹਾਨੂੰ ਪਤਾ ਹੈਗਾ ਵੀ ਜਸਟਿਨ ਟਰੂਡੋ ਨੇ ਬਣਾਇਆ ਸੀ ਮਲਟੀਕਲਚਰਲ ਐਕਟ। ਉਹ ਦੇਖਣ ਨੂੰ ਤਾਂ ਬੜਾ ਸੋਹਣਾ ਲੱਗਦਾ ਵੀ ਮਲਟੀਕਲਚਰਲ ਬੰਦਾ ਹੈਗਾ, ਪਰ ਉਸ ਐਕਟ ਦੇ ਅੰਦਰ ਸਾਰੇ ਧਾਰਮਿਕ ਸਥਾਨਾਂ ਨੂੰ ਗੌਰਮੈਂਟ ਪੈਸਾ ਦਿੰਦੀ ਆ ਤੇ ਗੁਰਦੁਆਰਿਆਂ ਨੂੰ ਵਿਸ਼ੇਸ਼। ਉਹਦਾ ਨੁਕਸਾਨ ਇਹ ਹੁੰਦਾ ਵੀ ਜਦੋਂ ਤੁਸੀਂ ਕਿਤੋਂ ਪੈਸਾ ਲੈ ਲੈਂਦੇ ਆ ਤੇ ਤੁਸੀਂ ਉਹਦੇ ਹਿਸਾਬ ਦੇ ਅੰਦਰ ਆਉਂਦੇ ਤੇ ਫਿਰ ਤੁਹਾਨੂੰ ਜੋ ਕਹੂਗਾ ਤੇ ਉਹੀ ਤੁਸੀਂ ਕਰਦੇ ਹੋ। ਤੇ ਇਦਾਂ ਵੀ ਹੋ ਰਿਹਾ ਪਰ ਉਹ ਤਾਂ ਲੋਕਾਂ ਦਾ ਪੈਸਾ ਹੀ ਆ, ਟੈਕਸ ਦਾ ਆਇਆ ਹੋਇਆ, ਤੇ ਕਿਸੇ ਸਾਂਝੀ ਸੰਸਥਾ ਨੂੰ ਫੰਡ ਦਾ ਤਾਂ ਵੋਟ ਦੇਤਾ, ਉਹ ਜਿਹੜਾ ਗਿਫਟ ਦੇਤਾ ਆਪਦੇ। ਪਰ ਉਹਦਾ ਕਾਰਨ ਇਹ ਆ ਵੀ ਉਹਨੂੰ ਕੰਟਰੋਲ ਕਰੋ, ਕਿਉਂਕਿ ਜਿਹੜਾ ਸਾਡਾ ਇਤਿਹਾਸ ਹੈਗਾ ਗੁਰਦੁਆਰੇ ਸੰਗਤ ਦੇ ਪੈਸੇ ਨਾਲ ਚੱਲਦੇ ਆ, ਕਦੇ ਵੀ ਸਰਕਾਰ ਦੇ ਪੈਸੇ ਨਾਲ ਨਹੀਂ ਚੱਲਦੇ। ਸਭ ਪਿੰਡਾਂ ਵਾਲੇ ਨੂੰ ਇੱਕ ਵਾਰ ਸਰਕਾਰ ਨੇ ਕਹਿ ਦਿੱਤਾ ਵੀ ਅਸੀਂ ਤੁਹਾਨੂੰ ਪੈਸੇ ਦਿੰਦੇ ਆ ਤੇ ਤੁਸੀਂ ਆਪਣਾ ਰੌਲਾ ਬੰਦ ਕਰ ਦਿਓ। ਉਹ ਕਹਿੰਦੇ ਦਮਦਮੀ ਟਕਸਾਲ ਚਲਾਈ ਹੋਈ ਆ ਬਾਬਾ ਦੀਪ ਸਿੰਘ ਦੀ, ਇਹ ਜਨਤਾ ਨਾਲ ਚੱਲਦੀ ਹੈ, ਸਰਕਾਰਾਂ ਨਾਲ ਨਹੀਂ ਚੱਲਦੀ। ਤੇ ਜੇ ਤੁਹਾਨੂੰ ਪੈਸੇ ਚਾਹੀਦੇ ਆ ਤਾਂ ਦੱਸੋ, ਅਸੀਂ ਤੁਹਾਨੂੰ ਭਾਲਦੇ ਆ। ਕੈਨੇਡਾ ਦੀ ਧਰਤੀ 'ਤੇ ਰਹਿੰਦੇ ਆ, ਇੱਥੇ ਆਪਣੀ ਰੋਜੀ ਰੋਟੀ ਚਲਾਉਣੇ ਆ। ਸਾਡਾ ਪਹਿਲਾ ਫਰਜ਼ ਹੈਗਾ ਕੈਨੇਡਾ ਵੱਲ, ਤੇ ਜੇ ਅਸੀਂ ਆਪਣਾ ਫਰਜ਼ ਪੂਰਾ ਕਰਾਂਗੇ ਤੇ ਇੱਥੇ ਮੋਰਚੇ ਲਾਵਾਂਗੇ ਤਾਂ ਹੀ ਦੂਜੇ ਲੋਕਾਂ ਨੂੰ ਵੀ ਹਿੰਮਤ ਮਿਲੂਗੀ। ਜਿੰਨੇ ਪੋਲੀਟੀਸ਼ੀਅਨ ਇਹਨਾਂ ਨੂੰ ਸਵਾਲ ਤਾਂ ਪੁੱਛੋ ਤਾਂ ਸਹੀ, ਕੀ ਮਤਲਬ ਕਿ ਇੰਨਾ ਜ਼ਿਆਦਾ ਧੱਕਾ ਕਿੱਦਾਂ ਹੋ ਸਕਦਾ, ਮਤਲਬ ਬੋਲੇ ਕਿਉਂ ਨਹੀਂ ਗਏ ਉਸ ਵੇਲੇ, ਸਾਰੇ ਇੱਕ ਪਾਸੇ ਕਿਉਂ ਹੋ ਗਏ? ਜਿਹੜੇ ਡਾਕਟਰ ਦੱਸ ਰਹੇ ਆ ਕਿ ਇਹਨਾਂ ਦਾ ਨੁਕਸਾਨ ਹੋ ਰਿਹਾ, ਉਹਨਾਂ ਨੂੰ ਚੁੱਪ ਕਿਉਂ ਕਰਵਾਇਆ ਗਿਆ? ਜਿਹੜੇ ਫਾਰਮਾਸਿਊਟੀਕਲ ਕੰਪਨੀਆਂ ਨੇ, ਦਵਾਈਆਂ ਵਾਲੀਆਂ ਕੰਪਨੀਆਂ, ਉਹਨਾਂ ਨੇ ਤਾਂ ਆਪਣੀ ਦਵਾਈ ਵੇਚਣੀ ਹੈ ਕਿ ਇੰਨੀਆਂ ਵਿਕ ਗਈਆਂ ਸਰਕਾਰਾਂ, ਜਿੱਥੇ ਵਰਲਡ ਇਕਨੋਮਿਕ ਫੋਰਮ ਸ਼ਰੇਆਮ ਕਹਿੰਦਾ ਕਿ ਸਾਡੇ ਮੈਂਬਰ ਕੰਟਰੋਲ ਕਰਦੇ ਨੇ ਕੈਨੇਡਾ ਦੀ ਸਰਕਾਰ ਨੂੰ, ਤੇ ਜਦੋਂ ਕੋਈ MP ਸਵਾਲ ਵੀ ਪੁੱਛਦਾ ਪਾਰਲੀਮੈਂਟ ਵਿੱਚ, ਉਹਨੂੰ ਚੁੱਪ ਕਰਵਾਇਆ ਜਾਂਦਾ, ਸਵਾਲ ਦੱਬਿਆ ਜਾਂਦਾ। ਕਿੰਨਾ ਚਿਰ ਇੱਦਾਂ ਚੱਲੂਗਾ? ਬਿਲਕੁਲ ਜੀ ਬਿਲਕੁਲ। ਪਾਰਲੀਮੈਂਟ ਦੀ ਜਿੱਥੇ ਗੱਲ ਆਈ ਆ ਤੇ ਸਾਡੇ ਸਰੀ ਤੋਂ ਹੈਗੇ ਆ ਸੁਖ ਧਾਲੀਵਾਲ ਤੇ ਰਣਦੀਪ ਸਰਾਏ, ਮੇਰੇ ਖਿਆਲ ਇਹ ਤਾਂ ਜਿਵੇਂ ਸਰਕਾਰ ਦੇ ਪਿੱਛੋਂ ਹੀ ਬਣੇ ਹੋਏ ਆ, ਇਹਨਾਂ ਦਾ ਆਪਣਾ ਦਿਮਾਗ ਤਾਂ ਚੱਲਦਾ ਨਹੀਂ ਹੈਗਾ ਨਾ। ਇਹ ਜਿਹੜੇ ਲੋਕ ਹੈਗੇ ਆ ਉਹਨਾਂ ਦੇ ਭਲੇ ਲਈ ਆਵਾਜ਼ ਉਠਾਉਂਦੇ ਆ, ਉੱਥੇ ਜਾ ਕੇ ਬਸ ਜਿਵੇਂ ਘੁੱਗੂ ਬਣ ਜਾਂਦੇ ਆ ਤੇ ਆਪਣੀ ਤਨਖਾਹ ਇਕੱਠੀ ਕਰੀ ਜਾਂਦੇ ਆ, ਤੇ ਜਿੱਦਾਂ ਗੁਲਾਮ ਬਣੇ ਹੋਏ ਆ, ਤੇ ਜਿਵੇਂ ਆਪਣੀ ਜਨਤਾ ਦੇ ਆਪਣੀ ਕਮਿਊਨਿਟੀ ਦੇ ਪੇਠਾਂ ਛੁਰਾ ਭੋਕੀ ਜਾਂਦੇ ਆ। ਹੁਣ ਆਪਣੇ ਅਦਰਕ ਦੀ ਚਾਹ ਪੀਓ ਤਾਂ ਬੰਦਾ ਉੱਦਾਂ ਹੀ ਕਾਇਮ ਰਹਿੰਦਾ ਹੈਗਾ। ਹੁਣ ਆਪਣੇ ਇੰਡੀਆ 'ਚ ਫਾਰਮਰ ਪ੍ਰੋਟੈਸਟ ਜਿਹੜੇ ਹੋਏ ਨੇ, ਉੱਥੇ ਵੀ ਕਿਸੇ ਨੇ ਟੀਕਾ ਨਹੀਂ ਲਵਾਇਆ ਸੀ, ਕੋਈ ਮਾਸਕ ਨਹੀਂ ਸੀ। ਉੱਥੇ ਕਾਫੀ ਲੋਕ ਕਹਿੰਦੇ ਆਏ ਆ ਕਿ ਉੱਥੇ ਗੁਰੂ ਦੀ ਕਿਰਪਾ ਸੀਗੀ ਲੋਕਾਂ ਤੇ, ਤਾਂ ਬਚ ਗਏ।
ਪਰ ਇੱਥੇ ਗੁਰੂ ਘਰਾਂ 'ਚ ਜਿਹੜੇ ਗੁਰਦੁਆਰੇ ਕਹਿੰਦੇ ਨੇ ਕਿ ਮਾਸਕ ਲਾ ਕੇ ਆਓ ਜਾਂ ਫਿਰ ਟੀਕੇ ਲਵਾ ਕੇ ਆਓ, ਤੁਹਾਨੂੰ ਗੁਰਦੁਆਰੇ ਨਹੀਂ ਆਉਣ ਦੇਣਾ, ਕਿ ਇੱਥੇ ਗੁਰੂ ਦੀ ਕਿਰਪਾ ਕਿੱਥੇ ਗਈ? ਦੇਖੋ ਇੱਕ ਗੱਲ ਤਾਂ ਆਪਾਂ ਮੰਨਦੇ ਆਪਾਂ ਸਾਰੇ, ਕੋਈ ਵੀ ਕਿਸੇ ਧਰਮ ਨੂੰ ਮੰਨਣ ਵਾਲਾ ਹੈ, ਹਾਂਜੀ, ਉਹਦੇ ਨਾਲ ਆਪਣਾ ਭਰੋਸਾ ਵੱਧਦਾ, ਆਪਣਾ ਇਮਿਊਨ ਸਟਰੋਂਗ ਹੁੰਦਾ। ਹਾਂਜੀ 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 ਨਹੀਂ ਉਹ ਤਾਂ ਜੇ ਆਪਾਂ ਦਿਲੋਂ ਹੀ ਡਰ ਗਏ, Yeah. ਉਹ ਬਿਮਾਰੀ ਨਾਲ ਬਿਮਾਰੀ ਨਾਲ ਨਹੀਂ, ਬੰਦਾ ਦੂਰੋਂ ਵੱਧ ਮਰਦਾ। ਤੁਹਾਨੂੰ ਲੱਗਦਾ ਮਤਲਬ ਸਰਕਾਰ ਦਾ ਇੰਨੇ ਹੱਕ ਹੋਣੇ ਚਾਹੀਦੇ ਕਿ ਗੁਰਦੁਆਰੇ ਵੀ ਪਾਬੰਦੀਆਂ ਲਾ ਸਕਣ, ਕਿ ਲੰਗਰ ਤਿਆਰ ਨਹੀਂ ਹੋਣਾ ਚਾਹੀਦਾ, ਜਾਂ ਇੱਥੇ ਤੱਕ ਵੀ ਪਹੁੰਚ ਹੋਣੀ ਚਾਹੀਦੀ, ਜਾਂ ਕੁਝ ਆਜ਼ਾਦੀ ਹੋਣੀ ਵੀ ਚਾਹੀਦੀ ਹੈ ਗੁਰਦੁਆਰੇ ਦੀ? ਇਹਦੇ ਤੋਂ ਮੇਰਾ ਮੈਂ ਨਹੀਂ, ਹਾਂਜੀ, ਧਰਮ ਦੇ ਵਿੱਚ ਤਾਂ ਕਿਸੇ ਨੂੰ ਕੋਈ ਹਾਂ ਦਖਲ ਨਹੀਂ। ਇੱਥੇ ਜਾਣਗੇ ਚੈਕਿੰਗ ਹੁੰਦੀ ਰਹੀ ਹੈ ਕਿ ਲੰਗਰ ਤਾਂ ਨਹੀਂ ਵਰਤਦੇ, ਉਹਦੇ ਵਿੱਚ ਤਾਂ ਨਹੀਂ ਹੈਗਾ। ਤੁਹਾਡੇ ਖਿਆਲ 'ਚ ਜਿਹੜੇ ਐਬਟਫੋਰਡ ਸਰੀ ਦੇ ਪੰਜਾਬੀ ਹੈਗੇ ਇੱਥੇ, ਉਹ ਮਤਲਬ ਸਰਕਾਰ ਦੇ ਖਿਲਾਫ ਆਵਾਜ਼ ਕਿਉਂ ਨਹੀਂ ਚੱਕਦੇ? ਜਿੱਦਾਂ ਗੋਰਿਆਂ ਨੇ ਇੰਨੇ ਪ੍ਰੋਟੈਸਟ ਕੀਤੇ ਆਪਣੇ ਉਹਨਾਂ ਦੇ ਹੱਕਾਂ ਲਈ, ਤੇ ਆਪਣੇ ਕਮਿਊਨਿਟੀ ਬਾਰੇ ਤਾਂ ਛੋਟੀ ਵੀ ਤੁਸੀਂ ਸਭ ਜਾਣਦੇ ਹੋ, ਆਪਾਂ ਹੁਣ ਅੱਗੇ ਵਾਲੇ ਨਹੀਂ ਰਹੇ ਹੈਗੇ, ਆਪਾਂ ਥੋੜੇ ਜਿਹਾ ਸੈਲਫਿਸ਼ ਹੋ ਗਏ ਆ, ਖੁਦਗਰਜ਼ ਹੋ ਗਏ ਆ। ਆਪਾਂ ਜਦੋਂ ਵੀ ਟਾਈਮ ਛੱਡਦੇ ਨਾ, ਬੰਦਾ ਆਪਣੇ ਮਤਲਬ ਨੂੰ ਛੱਡਦਾ, ਨਾ ਕਿ ਤੁਹਾਨੂੰ ਲੱਗਦਾ ਕਿ ਕੋਈ ਇਦਾਂ ਵੀ ਆਪਣੇ ਥੋੜਾ ਡਰਦੇ ਨੇ ਕਿ ਜੇ ਆਪਾਂ ਕੁਝ ਬੋਲੇ ਸਰਕਾਰ ਦੇ ਖਿਲਾਫ ਕਿ ਆਪਣਾ ਇਮੀਗ੍ਰੇਸ਼ਨ ਦਾ ਫੈਮਿਲੀ ਤੋਂ ਸੱਦਣਾ ਕਰਨਾ? ਇਹ ਤਾਂ ਅਵੇਅਰਨੈਸ ਇੰਨੀ ਆ, ਕਿਉਂਕਿ ਸਰਕਾਰ ਦੇ ਖਿਲਾਫ ਬੋਲਣ ਦਾ ਇੱਥੇ ਰਾਈਟ ਟੂ ਸਪੀਚ ਤਾਂ ਹੈ। ਬਿਲਕੁਲ ਹਾਂਜੀ ਬਿਲਕੁਲ, ਫਰੀडम ਆਫ ਸਪੀਚ ਹੈਗੀ ਆ। ਸਾਡੇ ਐਮਪੀ ਹੈਗੇ ਜੀ ਸੁਖ ਧਾਲੀਵਾਲ ਰਣਦੀਪ ਸਰਾਏ ਸਰੀ ਤੋਂ, ਤੇ ਉਹ ਮਤਲਬ ਟਰੂਡੋ ਦੀ ਹਾਂ ਛਾਂ ਮਨਾਉਂਦੇ ਆ ਜੋ ਸਰਕਾਰ ਨੇ ਕਹਿਤਾ। ਤੇ ਸਾਡੇ ਲੋਕ ਜਦੋਂ ਜਾਂਦੇ ਆ ਆਪਣੀਆਂ ਤਕਲੀਫਾਂ ਲੈ ਕੇ, ਮੈਨੂੰ ਵੈਕਸੀਨ ਨਾਲ ਇਹ ਹੋਇਆ ਬਿਮਾਰੀਆਂ, ਤੇ ਉਹ ਉਹਨਾਂ ਨੇ ਕੋਈ ਸੁਣਦੇ ਹੀ ਨਹੀਂ। ਦੇਖੋ ਇਹ ਤਾਂ ਪੰਜਾਬੀਆਂ ਦਾ ਇੱਕ ਗੱਲ ਹੈ ਵੀ ਜਿਹੜਾ ਇੰਡੀਆ ਵਾਲਾ ਪੰਜਾਬ 'ਚ ਤਕਰੀਬਨ ਆਪਾਂ ਇੱਥੇ ਪਾ ਹਾਂਜੀ, ਇੱਕ ਚਮਚਾਗਿਰੀ ਆਪਣੇ ਚਮਚਾਗਿਰੀ ਹੈਗੀ ਆ, ਚਾਹੇ ਕੁਛ ਵੀ ਹੋ, ਇਹ ਗੱਲ ਮੰਨਣੀ ਪਊਗੀ। ਨਹੀਂ ਬਿਲਕੁਲ ਬਿਲਕੁਲ ਦਿਖਦਾ ਹੀ ਹੈਗਾ। ਉਹਦੇ ਵਿੱਚ ਵੀ ਉਹਨਾਂ ਦਾ ਪਾਰਟੀ ਲੈਵਲ ਤੇ ਵੀ ਇੱਕ ਖੁਦਗਰਜ਼ੀ ਮੰਨ ਲਓ, ਚਾਹੇ ਕਿਸੇ ਦੀ। ਮੈਂ ਤਾਂ ਦੇਖਿਆ ਨਹੀਂ ਕਿਸੇ ਆਪਣੇ ਪੰਜਾਬੀ ਐਮਪੀ ਨੇ ਪਾਰਲੀਮੈਂਟ ਦੇ ਰੱਜ ਗੱਜ ਕੇ ਕੋਈ ਸਪੀਚ ਦਿੱਤੀ ਕਦੇ ਵੀ ਕੁਝ ਨਹੀਂ ਕਿਹਾ ਨਾ। ਹਾਂ ਜੀ ਹਾਂ ਮਨਾਉਂਦੇ ਆ, ਪਿੱਛੇ ਖੜੇ ਹੋ ਜਾਂਦੇ ਆ ਫੋਟੋ ਖਿਚਾਉਣ ਲਈ। ਚਲੋ ਠੀਕ ਹੈ ਜੀ, ਤੁਹਾਡਾ ਆਪਣਾ ਸ਼ੁਭ ਨਾਮ ਦੱਸੋ ਜੀ, ਆਪਣਾ ਨਾਮ ਦੱਸੋ। ਮੇਰਾ ਨਾਮ ਅਵਤਾਰ। ਪਿੰਡ ਵਾਲੇ ਕਹਿੰਦੇ ਅੱਗੇ ਨੌਕਰੀ ਸੀਗਾ, ਉਹ ਕਹਿੰਦੇ ਲਾਲਚ ਨਹੀਂ ਸੀਗਾ, ਉਹਨਾਂ ਨੂੰ 200 ਕਰੋੜ ਦੀ ਆਫਰ ਆਈ ਸੀ ਵੀ ਤੁਸੀਂ ਆਹ ਛੱਡ ਦਿਓ, ਸਾਡੇ ਕੋਲ ਆ ਜਾਓ, ਉਹ ਲਾਲਚ ਨਹੀਂ। ਬਿਲਕੁਲ, ਜੇ ਤੁਸੀਂ ਪੈਸਾ ਲੈ ਲਿਆ ਫਿਰ ਤੁਸੀਂ ਉਹਨਾਂ ਨੂੰ ਹਾਂ ਛਾਂ ਬਣਾਓ, ਫਿਰ ਤਾਂ ਆਜ਼ਾਦੀ ਬਣਾਉਣ ਲਈ ਤੁਸੀਂ ਕਿਸੇ ਦਾ ਸਾਥ ਨਹੀਂ ਲੈ ਸਕਦੇ। ਨਹੀਂ ਲੈ ਸਕਦੇ। ਚਲੋ ਠੀਕ ਹੈ, ਓਕੇ, ਧੰਨਵਾਦ। ਹਿੰਮਤ ਦਿਖਾਉਣ ਲਈ ਬਹੁਤ ਗੱਲ ਹੀ ਨਹੀਂ ਕੋਈ, ਇਹ ਤਾਂ ਗੱਲ ਹੀ ਨਹੀਂ ਕੋਈ, ਜਦੋਂ ਮਰਜ਼ੀ ਆ। ਸ਼ੇਰ ਆਪਣੇ ਆਪ ਨੂੰ ਅਸੀਂ ਘੁਮਾਉਂਦੇ ਆ, ਤੇ ਸ਼ੇਰ ਨੂੰ ਮੰਨ ਲਓ ਚੁੱਪਚਾਪ ਬੈਠੇ ਹੈਗੇ ਸਾਰੇ, ਬਈ ਗਿੱਦੜਾਂ ਤੋਂ ਡਰ ਖੜਨਾ ਚਾਹੀਦਾ ਹੀ ਹੈ। ਜਿੱਦਾਂ ਹੁਣ ਪੰਜਾਬ 'ਚ ਫਾਰਮਰ ਪ੍ਰੋਟੈਸਟ ਨੇ, ਫਿਰ ਵੀ ਹਿੰਮਤ ਕਰਕੇ ਉਹੀ ਹੈ ਨਾ ਅਵੇਅਰਨੈਸ, ਉੱਥੇ ਵੀ ਨਹੀਂ ਸੀਗੀ ਅਵੇਅਰਨੈਸ, ਫੋਨ ਆਏ, ਫੇਸਬੁੱਕ ਆਈ, ਤਾਂ ਲੋਕਾਂ ਨੂੰ ਪਤਾ ਲੱਗਣ ਲੱਗਿਆ ਅਸਲੀਅਤ ਆਈ ਹੈ ਸਭ ਨੂੰ। ਠੀਕ ਹੈ ਜੀ, ਚਲੋ ਠੀਕ ਹੈ, ਓਕੇ ਥੈਂਕ ਯੂ। ਬਿਲਕੁਲ, ਇਹ ਸਵਾਲ ਸਾਰਿਆਂ ਨੂੰ ਜਾਂਦਾ, ਚਾਹੇ ਕੋਈ ਲਿਬਰਲ ਆ, NDP ਆ, ਕੰਜ਼ਰਵੇਟਿਵ ਆ, ਸਾਰੇ ਉਦੋਂ ਦੌਰਾਨ ਚੁੱਪ ਸੀ। ਹੁਣ ਕੁਛ ਆਵਾਜ਼ਾਂ ਆਉਣ ਲੱਗੀਆਂ, ਤੇ ਇਟਸ ਟੂ ਲੇਟ ਨਾਓ। ਲਾਈਕ ਹੁਣ ਗਾਂ ਜੋ ਹੋਣਾ ਉਹਦੇ ਲਈ ਤਾਂ ਤਿਆਰ ਰਹੋ, ਉਹਨਾਂ ਲਈ ਤਾਂ ਆਪਾਂ ਨੂੰ ਸਵਾਲ ਪੁੱਛਣੇ ਚਾਹੀਦੇ ਨੇ ਇਹ ਪੋਲੀਟੀਸ਼ੀਅਨਸ ਨੂੰ ਜਾ ਕੇ, ਕਿ ਕਿਉਂ ਤੁਸੀਂ ਚੁੱਪ ਸੀਗੇ? ਇੰਨਾ ਧੱਕਾ ਵੇਲੇ ਹੋ ਰਿਹਾ ਸੀ ਜਦੋਂ, ਉਦੋਂ ਕਿਉਂ ਨਹੀਂ ਤੁਹਾਡੀ ਆਵਾਜ਼ ਨਿਕਲੀ? ਪਾਰਟੀ ਜ਼ਿਆਦਾ ਜ਼ਰੂਰੀ ਹੈ। ਬਿਲਕੁਲ ਜੀ, ਆਪਣੇ ਰੋਟੀ ਪਾਣੀ ਤੋਂ ਪਹਿਲਾਂ ਆਜ਼ਾਦੀ ਹੁੰਦੀ ਆ। ਜੇ ਸੋਨੇ ਦੇ ਪਿੰਜਰੇ 'ਚ ਬਹਿ ਕੇ ਤੁਸੀਂ ਮਿੱਠੀ ਰੋਟੀ ਚੂਰੀਆਂ ਖਾਓ, ਉਹਦਾ ਕੋਈ ਫਾਇਦਾ ਨਹੀਂ ਹੈਗਾ ਜੇ ਤੁਸੀਂ ਗੁਲਾਮ ਹੈਗੇ ਆ। ਤੇ ਸਾਡਾ ਤਾਂ ਇਹੀ ਕਹਿਣਾ ਹੈਗਾ ਵੀ ਜਿੱਥੇ ਗੋਰੇ ਸਾਰਾ ਜ਼ੋਰ ਲਾ ਰਹੇ ਆ ਕੈਨੇਡਾ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ, ਉੱਥੇ ਪੰਜਾਬੀ ਕਮਿਊਨਿਟੀ ਬਹੁਤ ਹੀ ਘੱਟ ਦਿਖਦੀ ਆ। ਤੇ ਸਾਨੂੰ ਚਾਹੀਦਾ ਉੱਤੇ ਉੱਠਣਾ, ਤੇ ਜਿੱਥੇ ਸਾਡੀ ਰੋਜੀ ਰੋਟੀ ਚੱਲਦੀ ਆ, ਜਿੱਥੇ ਸਾਡੇ ਨਿਆਣੇ ਦਾ ਫਿਊਚਰ ਹੈਗਾ, ਅੱਗੇ ਭਵਿੱਖ ਹੈਗਾ, ਤੇ ਉਹਦੇ ਲਈ ਅਸੀਂ ਥੋੜੀ ਜਿਹਾਦ ਕਰੀਏ। ਬਿਲਕੁਲ, ਲਾ ਜੀ ਲਾ ਦੋ ਜੈਕਾਰਾ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। मरता मरता जग मुआ, मर भी न जाने कोई, ऐसी मरनी